ਅੱਜ ਦੀ ਕਲਾਸ ਸਟਾਰਟ ਕਰਦੇ ਹਾਂ ਆਪਾਂ। ਅੱਜ ਦਾ ਟੌਪਿਕ ਹੈ ਹਾਰਡੀ-ਵਿਨਬਰਗ ਪ੍ਰਿੰਸੀਪਲ। ਹਾਰਡੀ-ਵਿਨਬਰਗ ਪ੍ਰਿੰਸੀਪਲ ਨੇ ਗੱਲ ਕਿਹਦੀ ਕਰੀ ਸੀ? ਇਹਨੇ ਗੱਲ ਕਰੀ ਸੀ ਜੈਨੇਟਿਕ ਇਕੁਇਲਿਬ੍ਰਿयम ਦੀ। अगर पूछ रहे हैं जेनेटिक इक्विलिब्रियम की थ्योरी किन्ने दी सी, तो कौन सी? हार्डी-विनबर्ग। तो जेनेटिक इक्विलिब्रियम हुंदा की है? जीन पूल की हुंदा? सम ऑफ टोटल जीन्स present in ਪੋਪੂਲੇਸ਼ਨ ਵਿੱਚ ਜਿੰਨੀਆਂ ਵੀ ਜੀਨਸ ਹੋਣਗੀਆਂ, ਹਰੇਕ ਇੰਡੀਵਿਜੂਅਲ ਦੇ ਡਿਫਰੈਂਟ ਜਿੰਨੀਆਂ ਵੀ ਜੀਨ ਹੋਣਗੀਆਂ ਉਹਨਾਂ ਦਾ ਅਗਰ ਸਮ ਕਰਦੀਏ ਤਾਂ ਉਹ ਕੀ ਬਣਾਉਂਦਾ? ਜੀਨ ਪੂਲ। ਤਾਂ ਜੀਨ ਪੂਲ ਇਕੁਇਲਿਬ੍ਰਿयम ਰਹੇਗਾ। ਕਦੋਂ ਰਹੇਗਾ ਇਕੁਇਲਿਬ੍ਰਿयम? ਇਹ ਇਕੁਇਲਿਬ੍ਰਿयम ਦੀ ਕੰਡੀਸ਼ਨ ਦੇ ਵਿੱਚ ਰਹੇਗਾ ਜਦੋਂ ਤੱਕ ਉਸੇ ਹੀ ਪੋਪੂਲੇਸ਼ਨ ਦੇ ਵਿੱਚ ਦੀ ਕੀ ਕਰਾਈ ਜੀ? ਰੈਂਡਮਲੀ ਮੈਟਿੰਗ ਕਰਾਈ। ਕੋਈ ਬਾਹਰ ਤੋਂ ਆ ਕੇ ਪੋਪੂਲੇਸ਼ਨ ਨਹੀਂ, ਉਹੀ ਪੋਪੂਲੇਸ਼ਨ ਦੀ ਰੈਂਡਮਲੀ ਮੈਟਿੰਗ ਕਰਾਈ ਜੇ, ਔਰ ਉਹਨਾਂ ਦੇ ਵਿੱਚ ਜਿਹੜੀ ਜੀਨ ਫ੍ਰੀਕੁਐਂਸੀ ਹੈ ਉਹ ਕੀ ਰਹੇਗੀ? ਉਹ ਸਟੇਬਲ ਰਹੇਗੀ। ਅਗਰ ਰੈਂਡਮਲੀ ਉਸੇ ਪੋਪੂਲੇਸ਼ਨ ਦੇ ਵਿੱਚ ਮੈਟਿੰਗ ਕਰਾਈ ਜੇ ਤਾਂ ਉਹਦੇ ਜਿਹੜੇ ਅਲੇਲ ਜਾਂ ਫਿਰ ਜੀਨ ਫ੍ਰੀਕੁਐਂਸੀ ਹੋਏਗੀ ਉਹ ਕੀ ਰਹੇਗੀ? ਸਟੇਬਲ ਰਹੇਗੀ ਔਰ ਕਿਸੇ ਤਰ੍ਹਾਂ ਦੀ ਚੇਂਜਸ ਨਹੀਂ ਆਏਗੀ। ਤਾਂ ਇਸ ਨੂੰ ਕਹਿੰਦੇ ਆ ਜੈਨੇਟਿਕ ਇਕੁਇਲਿਬ੍ਰਿयम। ਕਿਉਂਕਿ ਜਦੋਂ ਜੀਨ ਫ੍ਰੀਕੁਐਂਸੀ ਸਟੇਬਲ ਰਹਿ ਰਹੀ ਹੈ, ਜੋ ਜੀਨਸ ਟੋਟਲ ਪੋਪੂਲੇਸ਼ਨ ਵਿੱਚ ਹੈ ਉਹੀ ਜੀਨਸ ਹੈ, ਨਾ ਕੋਈ ਬਾਹਰ ਗਈ ਹੈ ਨਾ ਹੀ ਕੋਈ ਐਡ ਹੋ ਰਹੀ ਹੈ, ਤਾਂ ਇਸ ਚੀਜ਼ ਨੂੰ ਆਪਾਂ ਕਹਿੰਦੇ ਆ ਜੈਨੇਟਿਕ ਇਕੁਇਲਿਬ੍ਰਿयम। ਜੈਨੇਟਿਕ ਇਕੁਇਲਿਬ੍ਰਿयम। ਔਰ ਇਹਦੀ ਥਿਊਰੀ ਕਿਹਨੇ ਦੇਈ ਹੈ? ਇਹਦੀ ਥਿਊਰੀ ਦੇਈ ਹੈ ਹਾਰਡੀ-ਵਿਨਬਰਗ। ਤਾਂ ਇਸ ਨੇ ਕੁਝ ਅਜੰਪਸ਼ਨ ਲਈਆਂ ਸੀ ਕਿ ਜੈਨੇਟਿਕ ਇਕੁਇਲਿਬ੍ਰਿयम ਉਦੋਂ ਹੀ ਅਚੀਵ ਹੋ ਸਕਦਾ ਹੈ, ਕੁਝ ਕੰਡੀਸ਼ਨ ਦਈਆਂ ਸੀ, ਜਦੋਂ ਆਹ ਵਾਲੀ ਕੰਡੀਸ਼ਨ ਨਾ ਹੋਏ ਕਿ ਕੋਈ ਇਹਨਾਂ ਵਿੱਚੋਂ ਆਹ ਵਾਲੀ ਕੋਈ ਵੀ ਪ੍ਰੋਸੈਸ ਨਾ ਹੋਏਗੀ, ਉਦੋਂ ਹੀ ਕੀ ਹੋਏਗਾ? ਜੈਨੇਟਿਕ ਇਕੁਇਲਿਬ੍ਰਿयम ਅਟੇਨ ਹੋਏਗਾ। ਇਹਦੇ ਵਿੱਚ ਸਭ ਤੋਂ ਪਹਿਲਾਂ देयर शुड बी नो म्यूटेशन होएगी, तो म्यूटेशन करके की हो सकता? जीन्स ਦੇ ਜਿਹੜੇ ਆ जीन चेंज हो सकती है, कोई जीन मिसिंग हो सकती है, जीन ऐड हो सकती है, क्रोमोसोम नंबर चेंज हो सकता है। तो ये सारा किहदा हिस्सा? म्यूटेशन का। आप करके आए अगे कि जीन म्यूटेशन नहीं होनी चाहिए किसी तरह की। नो जीन माइग्रेशन या जीन फ्लो। माइग्रेशन भी आप करके आए कि अगर कोई पॉपूलेशन आइसोलेट होती है, कोई सैक्शन पॉपूलेशन का आइसोलेट हो जाता अपने ओरिजिनल पॉपूलेशन तो, ਉਹ ਕੀ ਕਰੇਗਾ? ਉਹਨਾਂ ਦੇ ਵਿੱਚ ओरिजिनल पॉपूलेशन वाला जो ਉਹਨਾਂ ਦੇ ਪ੍ਰੀਵੀਅਸ ਪੋਪੂਲੇਸ਼ਨ ਹੈ ਉਹਦੇ ਵਾਲੇ ਜੀਨਸ ਕੀ ਹੁੰਦੇ ਜਾਣਗੀਆਂ? ਗਾਇਬ ਹੁੰਦੇ ਜਾਣਗੀਆਂ। ਔਰ ਜਿਹੜੇ ਵੀ ਆਈਸੋਲੇਟਡ ਗ੍ਰਾਫਿਕਲ ਏਰੀਆ ਦੇ ਵਿੱਚ ਗਏ ਆ ਤਾਂ ਉਸ ਅਕੋਰਡਿੰਗ ਉਹਨਾਂ ਨੂੰ ਅੰਦਰ ਨਿਊ ਅਡੈਪਟੇਸ਼ਨ ਆਉਣਗੀਆਂ, ਤਾਂ ਉਸ ਨਾਲ ਕੀ ਹੋਏਗਾ? ਨਿਊ ਜੀਨਸ ਫਾਰਮ ਹੋਣਗੀਆਂ। ਤਾਂ ਜੀਨ ਮਾਈਗ੍ਰੇਸ਼ਨ ਵੀ ਨਹੀਂ ਹੋਣੀ ਚਾਹੀਦੀ, ਕੋਈ ਜੀਨ ਮਿਸ ਨਹੀਂ ਹੋਣੀ ਚਾਹੀਦੀ। नो जीन ड्रिफ्ट। नो जीन ड्रिफ्ट का मतलब की है? neither जीन एडिट नो लॉस्ट। ना तो कोई जीन ऐड होनी चाहिए ना ही कोई जीन लॉस्ट होनी चाहिए। तो एक डेफिनेशन है जीन ड्रिफ्ट की या जेनेटिक ड्रिफ्ट। नो नैचुरल सिलैक्शन। नैचुरल सिलैक्शन भी नहीं होनी चाहिए कि नेचर किसी भी तरह का कोई भी इफैक्ट ਉਹਦੇ ਤੇ ਨਾ ਪਾਏ। ਜੋ ਰੈਂਡਮਲੀ ਮੈਟਿੰਗ ਚੱਲ ਰਹੀ ਹੈ ਤਾਂ ਉਹ ਐਜ਼ ਇਟ ਇਜ਼ ਚੱਲੇ ਔਰ ਉਹਦੇ ਨਾਲ ਕੀ ਹੋਏਗਾ? ਜੈਨੇਟਿਕ ਇਕੁਇਲਿਬ੍ਰਿयम ਰਹੇਗਾ ਔਰ ਅਲੀਲਿਕ ਫ੍ਰੀਕੁਐਂਸੀ ਵੀ ਕੀ ਰਹੇਗੀ? ਸਟੇਬਲ ਰਹੇਗੀ। ਮਸਟ ਬੀ ਰੈਂਡਮ ਮੈਟਿੰਗ। ਔਰ ਇਹ ਕੰਡੀਸ਼ਨ ਸੀ ਕਿ ਜੋ ਰੈਂਡਮ ਮੈਟਿੰਗ ਹੋਏਗੀ ਉਸੇ ਪੋਪੂਲੇਸ਼ਨ ਦੇ ਵਿੱਚ ਤਾਂ ਉਹ ਕੀ ਕਰੇਗੀ? ਜੈਨੇਟਿਕ ਇਕੁਇਲਿਬ੍ਰਿयम ਨੂੰ ਅਟੇਨ ਕਰ। ਆ ਕੰਡੀਸ਼ਨ ਉਹਨੇ ਦਈਆਂ ਸੀ कि अगर कंडीशन फॉलो हो गया तो फिर की हो जाएगा? जेनेटिक इक्विलिब्रियम अटेन होएगा। अगर एक कंडीशन फॉलो होंदी है तो की होएगा? जेनेटिक
ਇਕੁਇਲਿਬਰੀਅਮ ਅਚੀਵ ਹੋ ਜਾਏ। ਅਚੀਵ ਹੋਏਗਾ। ਔਰ ਨੈਕਸਟ ਵਨ ਇਸਨੇ ਕਿਹਾ ਸੀ ਸਮ ਟੋਟਲ ਜਿਹੜਾ ਅਲੀਲਿਕ ਫ੍ਰੀਕੁਐਂਸੀ ਹੈਗੀ ਉਹ ਕਿੰਨਾ ਹੁੰਦਾ 1 ਤੇ ਪੀ ਤੇ ਕਿਉ ਨਾਲ ਨਾਮ ਦਿੱਤਾ ਸੀ। ਇਹਦੇ ਚ ਪੀ ਕਿਹੜੇ ਵਾਲੀਆਂ ਹੈਗੀਆਂ, ਕੁਝ ਅਲੀਲਸ, ਕੁਝ ਜੀਨ। ਅਲੀਲ ਇੱਕ ਤਰ੍ਹਾਂ ਦੀ ਹੁੰਦੀ ਹੈ ਕਿ ਪੋਸੀਬਲ ਨੰਬਰ ਆਫ ਜੀਨਸ ਟੂ ਰਿਪਰੈਜ਼ੈਂਟ ਅ ਸਿਮਿਲਰ ਟ੍ਰੇਟ। ਅਲੀਲ ਕੀ ਹੋਏਗੀ ਕਿ ਕਿਹੜੇ ਵਾਲੀ ਜਿਹੜੀ ਇੱਕ ਪਾਰਟੀਕੂਲਰ ਜੀਨ, ਜਿਵੇਂ ਆਪਾਂ ਬਲੱਡ ਗਰੁੱਪ ਕਹਿ ਦਿੱਤਾ, ਹਰੇਕ ਇੰਡੀਵਿਜੂਅਲ ਦੇ ਵਿੱਚ ਬਲੱਡ ਗਰੁੱਪ ਨੂੰ ਲੈ ਕੇ ਡਿਫਰੈਂਟ ਟਾਈਪ ਦੀ ਅਲੀਲ ਹੋਏਗੀ। ਜਿਵੇਂ ਹੁਣ ਕਿਸੇ ਦਾ ਬਲੱਡ ਗਰੁੱਪ ਏ ਹੈ ਤਾਂ ਉਸ ਦੇ ਵਿੱਚ ਕਿਹੜੀ ਵਾਲੀ ਅਲੀਲ ਹੋ ਜਾਏਗੀ, ਏ ਵਾਲੀ ਜੀਨ ਹੋਏਗੀ। ਬੀ ਜਿਹੜੇ ਕੋਲ ਹੈ ਉਹਦੇ ਚ ਕਿਹੜੀ ਵਾਲੀ ਹੋਏਗੀ, ਬੀ ਵਾਲੀ। ਜਿਹਦੇ ਚ ਏ ਬੀ ਹੈ ਤਾਂ ਉਹਨਾਂ ਵਿੱਚ ਦੋਨੋਂ ਟਾਈਪ ਦੇ ਹੋਣਗੇ। ਜਿਹਦੇ ਕੋਲ ਓ ਹੈ ਤਾਂ ਉਸ ਦੇ ਵਿੱਚ ਏ ਤੇ ਬੀ ਕੀ ਹੋਣਗੀਆਂ, ਮਿਸਿੰਗ ਹੋਣਗੀਆਂ। ਇਹ ਦੋਨੋਂ ਟਾਈਪ ਦੀ ਜਿਹੜੀਆਂ ਹੈਗੀਆਂ ਜੀਨਸ ਮਿਸਿੰਗ ਹੋਣਗੀਆਂ ਤੇ ਕਿਹੜੀ ਵਾਲੀ ਹੋਏਗੀ, ਓ ਵਾਲੀ ਹੋਏਗੀ ਜਾਂ ਓ ਡੋਮੀਨੇਟ ਵਾਲੀ ਹੋਏਗੀ। ਤਾਂ ਅੱਜ ਅਗਰ ਆਪਾਂ ਪੋਸੀਬਲ ਕੰਬੀਨੇਸ਼ਨ ਦੇਖਦੇ ਹਾਂ ਤਾਂ ਆਪਣੇ ਕੋਲ ਕਿੰਨੇ ਏ ਬੀ ਔਰ ਓ ਤਿੰਨ ਤਰ੍ਹਾਂ ਦੇ ਆਪਣੇ ਅਲੀਲ ਹੋਣਗੇ ਜਿਹੜੇ ਕੀ ਕਰਨਗੀਆਂ ਬਲੱਡ ਗਰੁੱਪ ਨੂੰ ਲੈ ਕੇ ਰਿਪਰੈਜ਼ੈਂਟ ਕਰਦੀਆਂ ਕਰੈਕਟਰ। ਬਲੱਡ ਗਰੁੱਪ ਨੂੰ ਤਿੰਨ ਤਰ੍ਹਾਂ ਦੇ ਅਲੀਲ ਰਿਪਰੈਜ਼ੈਂਟ ਕਰਦੇ। ਲੇਕਿਨ ਅਗਰ ਆਪਾਂ ਇੰਡੀਵਿਜੂਅਲ ਦੀ ਗੱਲ ਕਰਦੇ ਹਾਂ, ਇੰਡੀਵਿਜੂਅਲ ਦੇ ਵਿੱਚ ਤਾਂ ਇੰਡੀਵਿਜੂਅਲ ਦੇ ਵਿੱਚ ਕੀ ਹੋਏਗਾ, ਇੰਡੀਵਿਜੂਅਲ ਦੇ ਵਿੱਚ ਇਨਦੇ ਵਿੱਚੋਂ ਮੈਕਸਿਮਮ ਇੱਕ ਜਾਂ ਦੋ, ਜਿੱਦਾਂ ਏ ਬੀ ਬਲੱਡ ਗਰੁੱਪ ਉਹਦੇ ਕੋਲ ਦੋ ਅਲੀਲ ਹੋਣਗੇ। ਠੀਕ ਹੈ, ਅਗਰ ਕਿਸੇ ਇੰਡੀਵਿਜੂਅਲ ਦੀ ਗੱਲ ਕਰਦੇ ਆ ਤਾਂ ਉਹਦੇ ਕੋਲ ਕਿਹੜੀ ਵਾਲੀਆਂ ਹੋਣਗੀਆਂ, ਦੋ ਤਰ੍ਹਾਂ ਦੀਆਂ ਹੀ ਅਲੀਲ ਹੋਣਗੀਆਂ ਐਟ ਅ ਟਾਈਮ। ਤਿੰਨ ਅਲੀਲ ਕਦੇ ਵੀ ਕਿਸੇ ਇੱਕ ਸਿੰਗਲ ਇੰਡੀਵਿਜੂਅਲ ਦੇ ਵਿੱਚ ਪ੍ਰੈਜ਼ੈਂਟ ਨਹੀਂ ਹੁੰਦੀਆਂ। ਲੇਕਿਨ ਅਗਰ ਪੂਰੀ ਫ੍ਰੀਕੁਐਂਸੀ ਆਪਾਂ ਪੂਰੀ ਪੋਪੂਲੇਸ਼ਨ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਕੀ ਹੋਏਗਾ, ਤਿੰਨ ਤਰ੍ਹਾਂ ਦੀਆਂ ਅਲੀਲ ਪਾਈਆਂ ਜਾਣਗੀਆਂ ਜੋ ਬਲੱਡ ਗਰੁੱਪ ਨੂੰ ਰਿਪਰੈਜ਼ੈਂਟ ਕਰਦੀਆਂ। ਹੁਣ ਆਪਾਂ ਫੈਮਿਲੀ ਦੀ ਗੱਲ ਕਰਦੇ ਹਾਂ, ਫੈਮਿਲੀ ਦੇ ਵਿੱਚ ਕਿਸੇ ਦਾ ਬਲੱਡ ਗਰੁੱਪ ਏ ਹੋਏਗਾ, ਕਿਸੇ ਦਾ ਬੀ ਹੋਏਗਾ, ਹੋ ਸਕਦਾ ਕਿਸੇ ਦਾ ਓ ਵੀ ਹੋਏ। ਅਗਰ ਪੂਰੀ ਫੈਮਿਲੀ ਦੀ ਗੱਲ ਕਰਦੇ ਹਾਂ ਤਾਂ ਤਿੰਨੋਂ ਅਲੀਲ ਹੋਣਗੀਆਂ, ਤਿੰਨੋਂ ਤਰ੍ਹਾਂ ਦੇ ਅਲੀਲ ਆ ਜਾਣਗੇ, ਏ ਬੀ ਤੇ ਓ ਵਾਲੀ। ਅਗਰ ਆਪਾਂ ਇੱਕ ਇੰਡੀਵਿਜੂਅਲ ਦੀ ਗੱਲ ਕਰਦੇ ਜਾਂ ਤਾਂ ਉਹਦਾ ਬਲੱਡ ਗਰੁੱਪ ਏ ਹੋਏਗਾ ਜਾਂ ਬੀ ਹੋਏਗਾ ਜਾਂ ਓ ਹੋ ਸਕਦਾ ਜਾਂ ਏ ਬੀ ਹੋ ਸਕਦਾ। ਤਾਂ ਮੈਕਸਿਮਮ ਜਿਹੜੀਆਂ ਨੰਬਰ ਆਫ ਜਿਹੜੀਆਂ ਅਲੀਲ ਹੋਣਗੀਆਂ ਕਿਸੇ ਇੱਕ ਇੰਡੀਵਿਜੂਅਲ ਤੋਂ ਕਿੰਨੀਆਂ ਹੋਣਗੀਆਂ, ਦੋ ਹੋਣਗੀਆਂ। ਤਾਂ ਇਸ ਲਈ ਆਪਾਂ ਕੀ ਕਹਿੰਦੇ ਆ ਕਿ ਜਿਹੜੀਆਂ ਪੀ ਕਿਹੜੀਆਂ ਵਾਲੀਆਂ, ਫ੍ਰੀਕੁਐਂਸੀ ਆਫ ਡੋਮੀਨੇਟਿੰਗ ਅਲੀਲ, ਜੋ ਡੋਮੀਨੇਟ ਕਰ ਰਹੀਆਂ ਅਲੀਲ ਉਸ ਨੂੰ ਆਪਾਂ ਕੀ ਕਹਿੰਦੇ ਆ, ਪੀ ਨਾਲ ਰਿਪਰੈਜ਼ੈਂਟ ਕਰਿਆ। ਔਰ ਕਿਉ ਕੀ ਹੈਗਾ ਇੱਥੇ, ਫ੍ਰੀਕੁਐਂਸੀ ਆਫ ਰਿਸੈਸਿਵ ਅਲੀਲ। ਰਿਸੈਸਿਵ ਕਿਹੜੇ ਵਾਲੀਆਂ, ਜਿਨ੍ਹਾਂ ਦੇ ਉੱਪਰ ਦੂਸਰੇ ਵਾਲੀ ਜੀਨ ਹੈ ਜਾਂ ਅਲੀਲ ਹੈ ਜਿਹੜੀ ਡੋਮੀਨੇਟ ਕਰ ਰਹੀ ਹੈ ਉਸ ਨੂੰ ਕੀ ਕਰ ਰਹੀ ਹੈ, ਸੁਪਰੈਸ ਕਰ ਰਹੀ ਹੈ। ਤਾਂ ਉਹ ਵਾਲੀ ਕਿਹੜੀ ਹੈ, ਉਸ ਨੂੰ ਕਿਉ ਨਾਲ ਰਿਪਰੈਜ਼ੈਂਟ ਕਰਿਆ। ਡੋਮੀਨੇਟ ਪਲੱਸ ਰਿਸੈਸਿਵ ਦਾ ਦੋਨੋਂ ਦਾ ਸਮ ਕਰਕੇ ਕਿੰਨਾ ਕਰਿਆ ਹੋਇਆ, 1 ਕਰਿਆ ਹੋਇਆ। ਤਾਂ ਇਸ ਦੀ ਬਿਨੋਮੀਅਲ ਐਕਸਪੈਂਸ਼ਨ ਕਿਹਨੇ ਦੇਈ ਹੈ, ਹਾਰਡੀ ਵੈਨਬਰਗ ਨੇ। ਤਾਂ ਉਹਦੇ ਵਿੱਚ ਪੁੱਛ ਸਕਦੇ ਕਈ ਵਾਰ ਆ ਜਾਂਦਾ ਕਿ ਪੀ ਸਕੁਅਰ ਕਿਹਨੂੰ ਰਿਪਰੈਜ਼ੈਂਟ ਕਰ ਰਿਹਾ, ਪੀ ਸਕੁਅਰ ਕਿਹਨੂੰ ਰਿਪਰੈਜ਼ੈਂਟ ਕਰੇਗਾ, ਇਹ ਹੋਏਗੀ ਫ੍ਰੀਕੁਐਂਸੀ ਆਫ ਇੰਡੀਵਿਜੂਅਲ ਵਿਦ ਜੀਨੋਟਾਈਪ। ਏ ਕੈਪੀਟਲ ਕਿਹਨੂੰ ਰਿਪਰੈਜ਼ੈਂਟ ਕਰਦਾ, ਏ ਕੈਪੀਟਲ ਆ ਰਿਹਾ ਤੇ ਇਹਦਾ ਮਤਲਬ ਕਿਹਨੂੰ ਰਿਪਰੈਜ਼ੈਂਟ ਕਰ ਰਿਹਾ, ਡੋਮੀਨੈਂਟ ਅਲੀਲ। ਅਗਰ ਸਮੋਲਰ ਏ ਆ ਜਾਏ ਤਾਂ ਇਹ ਕਿਹੜੇ ਵਾਲਾ ਹੋਏਗਾ, ਇਹ ਰਿਸੈਸਿਵ ਵਾਲਾ ਹੋਏਗਾ। ਰਿਸੈਸਿਵ ਵਾਲੇ ਨੂੰ ਕਿਹਦੇ ਨਾਲ ਰਿਪਰੈਜ਼ੈਂਟ ਕਰਦੇ ਆ ਆਪਾਂ, ਸਮੋਲਰ ਨਾਲ। ਔਰ ਜੋ ਮਿਕਸ ਆ ਰਿਹਾ ਇਹ ਕਿਹੜੇ ਵਾਲਾ ਹੋਏਗਾ, ਇਹ ਫ੍ਰੀਕੁਐਂਸੀ ਹੋਏਗੀ ਜਿਹਦੇ ਵਿੱਚ ਹੈਟਰੋਟਾਈਪ ਦੇ ਆ ਗਏ। ਇਹ ਉੱਪਰ ਵਾਲੇ ਹੋਮੋਲੋਗਸ ਆ। ਹੋਮੋਲੋਗਸ ਕੀ ਹੁੰਦਾ ਕਿ ਦੋਨੋਂ ਹੀ ਟ੍ਰੇਟ ਜਿਹੜੇ ਆ ਰਹੇ ਆ, ਦੋਨੋਂ ਹੀ ਜਿਹੜੇ ਇੰਡੀਵਿਜੂਅਲ ਜੀਨੋਟਾਈਪ ਆ ਰਿਹਾ, ਦੋਨੋਂ ਹੀ ਕਿਹੜੇ ਆ, ਡੋਮੀਨੇਟਿੰਗ। ਏ ਕੈਪੀਟਲ ਵਾਲੇ ਕਿਹੜੇ, ਡੋਮੀਨੇਟਿੰਗ। ਸਮੋਲਰ ਵਾਲੇ ਕਿਹੜੇ ਆ, ਇਹ ਕਿਹੜੇ ਆ, ਸਮੋਲਰ ਵਾਲੇ ਰਿਸੈਸਿਵ ਵਾਲੇ। ਇਹ ਹੋਮੋਲੋਗਸ ਹੋਣਗੇ। ਔਰ ਹੋਮੋਟਾਈਪ ਹੋ ਗਏ ਉੱਪਰ ਵਾਲੇ, ਔਰ ਨੀਚੇ ਵਾਲੇ ਕਿਹੜੇ ਹੈਗੇ ਆਪਣੇ ਕੋਲ, ਇਹ ਹੈਟਰੋਟਾਈਪ ਹੋ ਗਏ। ਕਿਹੜੇ ਵਾਲੇ, ਜਿਹਦੇ ਵਿੱਚ ਡੋਮੀਨੇਟਿੰਗ ਵੀ ਆ ਰਿਹਾ ਔਰ ਰਿਸੈਸਿਵ ਵੀ ਆ ਰਿਹਾ। ਉਹ ਤੇ ਬਿਨੋਮੀਅਲ ਐਕਸਪੈਂਸ਼ਨ ਜਿਹੜਾ ਦਿਆ ਸੀ, ਕਿਹਨੇ ਦਿਆ ਸੀ, ਹਾਰਡੀ ਵੈਨਬਰਗ ਨੇ। ਔਰ ਇਹਦੇ ਚ ਇਹ ਪੁੱਛ ਸਕਦੇ ਪੀ ਕਿਹਨੂੰ ਰਿਪਰੈਜ਼ੈਂਟ ਕਰ ਰਿਹਾ, ਪੀ ਸਕੁਅਰ ਕਿਹਨੂੰ ਰਿਪਰੈਜ਼ੈਂਟ ਕਰ ਰਿਹਾ, ਪੀ ਸਕੁਅਰ ਕਿਹਨੂੰ ਰਿਪਰੈਜ਼ੈਂਟ ਕਰੇਗਾ, ਏ ਕੈਪੀਟਲ ਨੂੰ, ਕਿਉ ਕਿਹਨੂੰ ਰਿਪਰੈਜ਼ੈਂਟ ਕਰਦਾ, ਸਮੋਲਰ ਏ ਨੂੰ। ਔਰ ਪੀ ਕਿਉ ਜਿਹੜਾ ਹੈ 2 ਟਾਈਮਸ ਪੀ ਕਿਉ ਕਿਹਨੂੰ ਰਿਪਰੈਜ਼ੈਂਟ ਕਰ ਰਿਹਾ, ਇਹ ਹੈਟਰੋਟਾਈਪ। ਇੱਥੇ 2 ਨਹੀਂ ਲਗਾਣਾ ਨਹੀਂ ਤਾਂ ਰੋਂਗ ਹੋ ਜਾਏਗਾ। ਅਗਰ ਆਪਸ਼ਨ ਦੇ ਵਿੱਚ ਆਏ 2 ਪੀ ਕਿਉ ਕਿਹਨੂੰ ਰਿਪਰੈਜ਼ੈਂਟ ਕਰਦਾ ਤਾਂ ਆਪਸ਼ਨ ਦੇ ਵਿੱਚ ਪੁੱਛ ਸਕਦੇ ਆ, ਤਾਂ ਆਪਾਂ ਹੈਟਰੋਟਾਈਪ ਜਿਹੜਾ ਡੋਮੀਨੇਟਿੰਗ ਵਾਲਾ ਇੱਕ ਆ ਰਿਹਾ ਔਰ ਰਿਸੈਸਿਵ ਵਾਲਾ, ਉਸ ਨੂੰ ਕੀ ਕਰਾਂਗੇ, ਟਿਕ ਕਰਾਂਗੇ।
ਨੈਕਸਟ ਫਿਰ ਤੋਂ ਉਹੀ ਕੰਡੀਸ਼ਨਸ ਦੇ ਰੱਖੀਆਂ ਕਿ ਹਾਰਡੀ ਵੇਨਬਰਗ ਨੇ ਜਿਹੜੇ ਇਕੁਇਲਿਬਰੀਅਮ ਵਾਲੀ ਸਿਮਿਲਰ ਜੋ ਉੱਪਰ ਵਾਲੀ ਕੰਡੀਸ਼ਨ ਉਹ ਫਿਰ ਤੋਂ ਰਿਪੀਟ ਹੋ ਰਹੀਆਂ, ਜੀਨ ਮਾਈਗ੍ਰੇਸ਼ਨ ਨਹੀਂ ਹੋਣੀ ਚਾਹੀਦੀ, ਜੈਨੇਟਿਕ ਡ੍ਰਿਫਟ, ਮਿਊਟੇਸ਼ਨ, ਨੈਚੁਰਲ ਸਿਲੈਕਸ਼ਨ और जेनेटिक रिकॉम्बिनेशन नहीं होना चाहिए। अगर जेनेटिक रिकॉम्बिनेशन होएगा तो न्यू वाले ट्रेड फॉर्म होंगे, न्यू वाले ट्रेड फॉर्म होंगे तो इट मीनस न्यू वाले ट्रेड उदों ही पॉसिबल होंगे जो जीन्स की होए, जीन्स ਦੇ ਵਿੱਚ ਮੋਡੀਫਿਕੇਸ਼ਨ ਆਉਣ ਜਾਂ ਹਾਈਬ੍ਰਿਡਾਈਜੇਸ਼ਨ ਹੋ ਜੇ। ਹਾਈਬ੍ਰਿਡਾਈਜੇਸ਼ਨ ਤਾਂ ਕਿਤੇ ਕਰਕੇ ਹੋਏਗੀ, ਉਹ ਵੀ ਰਿਕੰਬੀਨੇਸ਼ਨ ਦਾ ਹੀ ਇੱਕ ਰਿਜ਼ਲਟ ਹੁੰਦਾ, ਕ੍ਰੋਸਿੰਗ ਓਵਰ ਵੀ, ਠੀਕ ਹੈ। ਤੇ ਕ੍ਰੋਸਿੰਗ ਓਵਰ ਜਦੋਂ ਹੁੰਦੀ ਉਦੋਂ ਹੀ ਰਿਕੰਬੀਨੇਸ਼ਨ ਬਣਦੇ ਆ, ਤਾਂ ਉਸ ਨਾਲ ਕੀ ਆ ਜੋ ਪਹਿਲਾਂ ਵਾਲੀ ਜੀਨ ਹੋਏਗੀ ਉਸ ਦੇ ਵਿੱਚ ਚੇਂਜਸ ਆਉਣੀਆਂ ਸ਼ੁਰੂ ਹੋ ਜਾਣਗੀਆਂ। ਤਾਂ ਆਪਾਂ ਚੇਂਜ ਨੂੰ ਹੀ ਰੋਕਣਾ, ਤਾਂ ਚੇਂਜ ਨੂੰ ਰੋਕਣ ਲਈ ਇਹ ਕੰਡੀਸ਼ਨ ਅਪਲਾਈ ਕਰਦੇ ਹਾਂ ਕਿ ਇਹਨਾਂ ਵਿੱਚ ਕੋਈ ਵੀ ਕੰਡੀਸ਼ਨ ਨਹੀਂ ਹੋਣੀ ਚਾਹੀਦੀ, ਕਿ ਸਾਰੇ ਦੇ ਸਾਰੇ ਕੋਈ ਵੀ ਇਹਨਾਂ 'ਚ ਪ੍ਰੋਸੈਸ ਹੋਏਗੀ ਤਾਂ ਫਿਰ ਜੈਨੇਟਿਕ ਇਕੁਇਲਿਬਰੀਅਮ ਨਹੀਂ ਰਹੇਗਾ। ਨੈਕਸਟ ਆਪਣੇ ਕੋਲ ਨੈਚੁਰਲ ਸਿਲੈਕਸ਼ਨ ਇੰਪੋਰਟੈਂਟ ਟੌਪਿਕ ਹੈ। ਤਾਂ ਇੱਕ ਇੰਡਸਟਰੀਅਲ ਮੈਲੇਨਿਜ਼ਮ ਦਿਆ ਸੀ, ਉਸਦਾ ਨਾਮ ਹੈ ਬਰਨਾਰਡ ਕੈਟਵੈਲ। ਇੰਪੋਰਟੈਂਟ ਹੈ ਇਹ ਵੀ ਕਿ ਇੰਡਸਟਰੀਅਲ ਮੈਲੇਨਿਜ਼ਮ ਕਿਹਨੇ ਦਿੱਤਾ ਹੈ, ਬਰਨਾਰਡ ਕੈਟਵੈਲ ਨੇ। ਤਾਂ ਇਸਨੇ ਇੱਕ ਮੌਤ ਸੀਗੇ ਬਿਸਟਨ ਬਟਲੇਰੀਆ ਨਾਮ ਦੇ ਇੱਕ ਮੌਤ ਸੀ, ਇਸਨੇ ਸਟੱਡੀ ਕਰੀ ਸੀ ਕਿ ਇੰਡਸਟਰੀਅਲ ਮੈਲੇਨਿਜ਼ਮ ਕਿ ਇੰਡਸਟਰੀ ਜੋ ਇੰਡਸਟਰੀ ਤੋਂ ਪਹਿਲਾਂ, ਜਦੋਂ ਇੰਡਸਟਰੀ ਤੋਂ ਬਿਫੋਰ ਇੰਡਸਟਰੀਅਲਾਈਜੇਸ਼ਨ, ਜਦੋਂ ਇੰਡਸਟਰੀਅਲ ਨਹੀਂ ਹੈਗਾ ਸੀ ਤਾਂ ਉਦੋਂ ਕਿਹੜੇ ਵਾਲਾ ਸੀ, ਆਹ ਵਾਲੀ ਕੰਡੀਸ਼ਨ ਸੀ। ਤੇ ਜਿੰਨੇ ਵੀ ਪੇੜ ਸੀਗੇ ਜਾਂ ਟਰੀ ਸੀ ਉਸ ਇੰਡਸਟਰੀ ਦੇ ਨਾਲ ਨਾਲ, ਜਿੱਥੇ ਅਜੇ ਇੰਡਸਟਰੀ ਬਿਲਡਅਪ ਨਹੀਂ ਹੋਈਆਂ ਸੀ, ਤਾਂ ਟਰੀ ਦੇ ਉੱਪਰ ਕੀ ਹੈਗਾ ਸੀ, ਵਾਈਟ ਲਾਈਕਨ। ਜੋ ਟਰੀ ਦੇ ਜਿਹੜੇ ਬੈਕਗਰਾਉਂਡ ਸੀ, ਜਾਂ ਟਰੀ ਨੇ ਜੋ ਬੈਕਗਰਾਉਂਡ ਪ੍ਰੋਵਾਈਡ ਕਰਾਇਆ ਸੀ ਇਸ ਮੌਤ ਨੂੰ, ਉਹ ਕੀ ਸੀਗਾ, ਵਾਈਟ ਕਲਰ ਦਾ ਸੀ। ਕਿਉਂਕਿ ਇੰਡਸਟਰੀਅਲ ਨਹੀਂ ਸੀ, ਇੰਡਸਟਰੀ ਨਹੀਂ ਹੈਗੀ ਸੀ, ਤਾਂ ਉਹਦੇ ਨਾਲ ਕੀ ਹੈਗਾ ਸੀ, ਲਾਈਕਨ ਜਿਹੜੇ ਸੀ, ਲਾਈਕਨ ਨੇ ਟਰੀ ਟਰੰਕ ਜਿਹੜਾ ਮੇਨ ਟਰੀ ਦਾ ਹੁੰਦਾ ਹੈਗਾ, ਟਰੀ ਟਰੰਕ, ਉਸ ਨੂੰ ਕਵਰ ਕਰਿਆ ਹੋਇਆ ਸੀ। ਬਿਫੋਰ ਇੰਡਸਟਰੀਅਲਾਈਜੇਸ਼ਨ ਲਾਈਕਨ ਨੇ ਕੀ ਕਰਿਆ ਸੀ, ਟਰੀ ਟਰੰਕ ਨੂੰ ਕਵਰ ਕਰਿਆ ਹੋਇਆ ਸੀ। ਕਵਰ ਕਰਕੇ ਕੀ ਕਰਿਆ ਹੋਇਆ ਸੀ, ਵਾਈਟ ਬੈਕਗਰਾਉਂਡ, ਵਾਈਟ ਬੈਕਗਰਾਉਂਡ। ਤਾਂ ਵਾਈਟ ਬੈਕਗਰਾਉਂਡ ਜਦੋਂ ਦਿੰਦੇ ਸੀ ਤਾਂ ਇਹ ਦੋ ਤਰ੍ਹਾਂ ਦੇ ਉਦੋਂ ਮੌਤ ਹੁੰਦੇ ਸੀ, ਬਿਸਟਨ ਬਿਟਲੋਰੀਆ ਬਿਟਲੇਰੀਆ, ਇਹ ਦੋ ਤਰ੍ਹਾਂ ਦੇ ਹੁੰਦੇ ਸੀ। ਇੱਕ ਕਿਹੜੇ ਵਾਲੇ ਸੀ, ਵਾਈਟ ਵਾਲੇ, ਔਰ ਇੱਕ ਕਿਹੜੇ ਵਾਲੇ ਸੀ, ਬਲੈਕ ਵਾਲੇ। ਇਹ ਦੋ ਤਰ੍ਹਾਂ ਦੇ ਹੈਗੇ ਸੀ ਆਪਣੇ ਕੋਲ, ਬਿਸਟਨ ਬਿਟਲੇਰੀਆ ਨਾਮ ਦੇ ਮੌਤ ਸੀ। ਇਹ ਦੋ ਟਾਈਪ ਦੇ ਸੀ, ਵਾਈਟ ਐਂਡ ਬਲੈਕ। ਤੇ ਜਦੋਂ ਬਿਫੋਰ ਇੰਡਸਟਰੀਅਲਾਈਜੇਸ਼ਨ ਦੇ ਵਿੱਚ ਕਿਸੇ ਟ੍ਰੀ ਟਰੰਕ ਜਿਹੜਾ ਕਵਰ ਕਰਿਆ ਸੀ ਲਾਈਕਨ ਨੇ, ਉਹ ਕਿਹੜੇ ਵਾਲਾ, ਵਾਈਟ ਬੈਕਗਰਾਉਂਡ ਦਿੰਦਾ ਸੀ। ਤਾਂ ਵਾਈਟ ਵਾਲ ਦੇ ਨਾਲ ਕਿਹੜੇ ਵਾਲੇ ਹੁੰਦੇ ਸੀ, ਜਿਹੜੇ ਵਾਈਟ ਬਿਸਟਨ ਬਿਟਲੇਰੀਆ ਜਾਂ ਵਾਈਟ ਮਾਊਥ ਸੀ, ਉਹ ਕੀ ਹੋ ਜਾਂਦੇ ਸੀ, ਉਹ ਪੂਰੀ ਤਰ੍ਹਾਂ ਇਸ ਦੇ ਨਾਲ ਬਲੈਂਡ ਹੋ ਜਾਂਦੇ ਸੀ। ਬਲੈਂਡ ਹੋਣ ਨਾਲ ਕੀ ਹੁੰਦਾ ਸੀ, ਬਲੈਕ ਵਾਲੇ ਜਿਹੜੇ ਸੀ ਉਹ ਈਜ਼ੀਲੀ, ਜਿਹੜੇ ਪ੍ਰੀਡੇਟਰ ਆਉਂਦੇ ਸੀ ਉਹ ਬਲੈਕ ਵਾਲੇ ਨੂੰ ਕੀ ਕਰ ਲੈਂਦੇ ਸੀ, ਈਜ਼ੀਲੀ ਦੇਖ ਲੈਂਦੇ ਸੀ, ਪਹਿਚਾਣ ਲੈਂਦੇ ਸੀ, ਔਰ ਬਲੈਕ ਵਾਲੇ ਨੂੰ ਕੀ ਕਰ ਲੈਂਦੇ ਸੀ, ਉਹ ਕੈਚ ਕਰ ਲੈਂਦੇ ਸੀ। ਤਾਂ ਜਿਸ ਨਾਲ ਜਦੋਂ ਇੰਡਸਟਰੀਅਲਾਈਜੇਸ਼ਨ ਨਹੀਂ ਹੋਇਆ ਸੀ ਤਾਂ ਉਦੋਂ ਕੀ ਹੁੰਦਾ ਸੀ, ਬਲੈਕ ਵਾਲੇ ਦੀ ਜਿਹੜੀ ਨੰਬਰ ਸੀ ਜਾਂ ਬਲੈਕ ਵਾਲੇ ਵਿੱਚ ਜਿਹੜੇ ਮੌਤ ਸੀ ਉਹ ਕੀ ਹੈਗੇ ਸੀ, ਲੈਸ ਹੁੰਦੇ ਸੀ। ਬਲੈਕ ਮੌਤ ਕੀ ਹੁੰਦੇ ਸੀਗੇ, ਲੈਸ ਨੰਬਰ 'ਚ ਹੁੰਦੇ ਸੀ ਬਿਫੋਰ ਇੰਡਸਟਰੀਅਲਾਈਜੇਸ਼ਨ। ਤਾਂ ਨੈਕਸਟ ਜਦੋਂ ਇੰਡਸਟਰੀਅਲਾਈਜੇਸ਼ਨ ਹੋਇਆ ਤਾਂ ਉਹਦੇ ਨਾਲ ਕੀ ਹੋਇਆ, ਜੋ ਪੋਲਿਊਸ਼ਨ ਕਰਕੇ ਪੋਲਿਊਸ਼ਨ ਕਰਕੇ ਲਾਈਕਨ ਜਿਹੜਾ, ਲਾਈਕਨ ਪੋਲਿਊਸ਼ਨ ਵਾਲੇ এনवायरमेंट ਦੇ ਵਿੱਚ ਗਰੋ ਨਹੀਂ ਕਰਦਾ। ਪੋਲਿਊਸ਼ਨ ਜਦੋਂ ਹੋਇਆ ਇੰਡਸਟਰੀਅਲਾਈਜੇਸ਼ਨ, ਸੈਕੰਡ ਕੇਸ ਜਿਹੜਾ ਇਹ ਕਿਹੜੇ ਵਾਲਾ, ਇੰਡਸਟਰੀਅਲਾਈਜੇਸ਼ਨ। ਜਦੋਂ ਇੰਡਸਟਰੀਅਲਾਈਜੇਸ਼ਨ ਹੋਇਆ ਤਾਂ ਪੋਲਿਊਸ਼ਨ ਹੋਇਆ, ਪੋਲਿਊਸ਼ਨ ਹੋਣ ਕਰਕੇ ਲਾਈਕਨ ਕੀ ਹੋ ਗਿਆ, ਲਾਈਕਨ ਉੱਥੇ ਨਹੀਂ ਹੋਏਗਾ। ਲਾਈਕਨ ਇੱਕ ਤਰ੍ਹਾਂ ਦਾ ਨੈਚੁਰਲੀ ਇੰਡੀਕੇਟਰ ਹੈ ਕਿ ਜੋ ਪੋਲਿਊਸ਼ਨ, ਜਿੱਥੇ ਸਲਫਰ ਡਾਈਆਕਸਾਈਡ ਗੈਸ ਵਗੈਰਾ ਜਿੱਥੇ ਪ੍ਰੋਡਿਊਸ ਹੋਏਗੀ ਉੱਥੇ ਲਾਈਕਨ ਕੀ ਹੋਏਗਾ, ਇਹ ਇੱਕ ਤਰ੍ਹਾਂ ਦਾ ਪੋਲਿਊਸ਼ਨ ਇੰਡੀਕੇਟਰ ਹੈ, ਨੈਚੁਰਲ ਪੋਲਿਊਸ਼ਨ ਇੰਡੀਕੇਟਰ ਹੈ। ਜਿੱਥੇ ਪੋਲਿਊਸ਼ਨ ਹੋਏਗਾ ਉੱਥੇ ਲਾਈਕਨ ਗਰੋ ਨਹੀਂ ਕਰਦਾ ਗਾ। ਤਾਂ ਜਿੱਦਾਂ ਹੀ ਇੰਡਸਟਰੀਅਲਾਈਜੇਸ਼ਨ ਹੋਇਆ, ਪੋਲਿਊਸ਼ਨ ਕਰਕੇ ਲਾਈਕਨ ਗਰੋ ਨਹੀਂ ਕਰਿਆ, ਤੇ ਜਿਹੜੇ ਟਰੰਕ ਸੀ, ਟਰੰਕ ਜਿਹੜੇ ਵਾਲੇ ਹੈਗੇ ਸੀ ਉਹ ਕਿਹੜੇ ਕਲਰ ਹੋ ਗਏ, ਟ੍ਰੀ ਟਰੰਕ ਜਿਹੜਾ ਸੀ ਮੇਨ
ਉਹ ਕੀ ਹੋ ਗਿਆ, ਉਹ ਬਿਲਕੁਲ ਬਲੈਕ ਕਲਰ ਦਾ ਹੋ ਗਿਆ। ਦੇਖੋ ਇੱਥੇ ਬਲੈਕ ਵਾਲਾ ਹੋ ਗਿਆ ਤੇ ਟ੍ਰੀ ਟਰੰਕ ਕੀ ਹੋ ਗਿਆ, ਬਲੈਕ ਹੋ ਗਿਆ। ਤਾਂ ਹੁਣ ਉਸਨੇ ਹੁਣ ਕਿਹੜੇ ਵਾਲਾ ਬਲੈਕ ਬੈਕਗ੍ਰਾਉਂਡ ਪ੍ਰੋਵਾਈਡ ਕਰਿਆ, ਬਲੈਕ ਬੈਕਗ੍ਰਾਉਂਡ ਪ੍ਰੋਵਾਈਡ ਕਰਿਆ। ਹੁਣ ਬਲੈਕ ਬੈਕਗ੍ਰਾਉਂਡ ਜਦੋਂ ਪ੍ਰੋਵਾਈਡ ਕਰਿਆ ਤਾਂ ਇਹਦੇ ਨਾਲ ਕੀ ਹੋਇਆ, ਹੁਣ ਬਲੈਕ ਵਾਲੇ ਜਿਹੜੇ ਮਾਊਥ ਸੀਗੇ, ਬਲੈਕ ਵਾਲੇ ਮਾਊਥ ਕੀ ਹੋਣਗੇ ਇੱਥੇ, ਬਲੈਕ ਮਾਊਥ ਕੀ ਹੋ ਰਿਹਾ, ਉਹ ਤਾਂ ਬਲੈਂਡ ਹੋ ਰਿਹਾ ਪੂਰੀ ਤਰ੍ਹਾਂ। ਲੇਕਿਨ ਜਿਹੜੇ ਦੂਸਰੇ ਵਾਲੇ ਸੀ ਵਾਈਟ ਵਾਲੇ, ਵਾਈਟ ਬਲੈਂਡ ਨਹੀਂ ਹੋ ਪਾ ਰਹੇ ਸੀ। ਵਾਈਟ ਵਾਲੇ ਵਾਈਟ did not blend। ਤੇ ਵਾਈਟ ਵਾਲੇ ਅਗਰ ਨਹੀਂ ਹੋ ਰਹੇ ਸੀ ਤਾਂ ਉਹਦੇ ਨਾਲ ਕੀ ਹੋਇਆ ਕਿ ਜਿਹੜੇ ਜੋ ਪ੍ਰੈਡੇਟਰ ਆਉਂਦੇ ਸੀ ਉਹ ਕੀ ਕਰਦੇ ਸੀ, ਵਾਈਟ ਵਾਲੇ ਨੂੰ ਈਜ਼ੀਲੀ ਪਕੜ ਲੈਂਦੇ ਸੀ। ਔਰ ਵਾਈਟ ਵਾਲੇ ਨੇ ਕੀ ਹੋ ਗਿਆ, ਵਾਈਟ ਵਾਲੇ ਲੈਸ ਨੰਬਰ 'ਚ ਹੋ ਗਿਆ, ਵਾਈਟ ਵਾਲੇ ਖਤਮ ਹੁੰਦੇ ਗਏ ਤੇ ਕਿਹੜੇ ਵਾਲੇ ਬਚ ਗਏ, ਬਲੈਕ ਵਾਲੇ। ਤਾਂ ਬਲੈਕ ਵਾਲੇ ਕਿਹੜੇ 'ਚ ਇੱਥੇ ਰਹਿ ਗਏ, ਬਲੈਕ ਵਾਲੇ ਲਾਰਜ ਨੰਬਰ ਵਿੱਚ ਆਫਟਰ ਇੰਡਸਟਰੀਅਲਾਈਜੇਸ਼ਨ, ਇਹ ਕਿਹੜੇ ਰਹਿ ਗਏ, ਲਾਰਜ, ब्लैक इन लार्ज नंबर। और दूसरे वाले केड़े रहेगा, वाइट इन ਲੈਸ ਨੰਬਰ। ਤਾਂ ਇਹ ਜਿਹੜਾ ਸੀ ਇਹ ਸੀ ਇੰਡਸਟਰੀਅਲ ਮੈਲੇਨਿਜ਼ਮ। ਮੈਲੇਨਿਜ਼ਮ ਨੂੰ ਜਿਹੜੀ ਆਪਾਂ ਮੈਲੇਨਿਜ਼ਮ ਦੀ ਗੱਲ ਕਰ ਰਹੇ ਹਾਂ, ਮੈਲੇਨਿਜ਼ਮ ਹੈ ਹੀ ਕਲਰ ਨੂੰ ਲੈ ਕੇ। ਤਾਂ ਜਿਹੜੀ ਸਾਰੀ ਪ੍ਰੋਸੈਸ ਚੱਲੀ ਸੀ ਕਿਹਨੇ ਦੇਖਿਆ ਸੀ, ਬਰਨਾਰਡ ਕੈਟੇਵਲ ਨੇ। ਤਾਂ ਇਸ ਜੋ ਥਿਊਰੀ ਸੀ ਇਹਦੇ ਵਾਲੀ ਉਹਨੂੰ ਆਪਾਂ ਕਹਿੰਦੇ ਇੰਡਸਟਰੀਅਲ ਮੈਲੇਨਿਜ਼ਮ। ਤੇ ਇਹ ਇੱਕ ਤਰ੍ਹਾਂ ਦੀ ਨੈਚੁਰਲ ਸਿਲੈਕਸ਼ਨ ਦੇ ਸੀ ਕਿ ਨੇਚਰ ਨੇ ਕਿੱਦਾਂ ਉਹਨਾਂ ਨੂੰ ਸਿਲੈਕਟ ਕਰਿਆ ਜੋ ਅਡੈਪਟ ਕਰ ਪਾਏ ਅਕੋਰਡਿੰਗ ਟੂ ਇਨਵਾਇਰਮੈਂਟ ਕੰਡੀਸ਼ਨ। ਤਾਂ ਉਹ ਨੈਚੁਰਲੀ ਸਿਲੈਕਟਡ ਹੋ ਗਏ, ਜਿਹੜੇ ਨਹੀਂ ਕਰ ਪਾਏ ਤਾਂ ਉਹ ਕੀ ਹੋ ਗਏ, ਖਤਮ ਹੋ ਗਏ। ਤੇ ਨੈਕਸਟ ਹੈ ਇੱਦਾਂ ਹੀ ਡਰਗ ਰੈਜ਼ਿਸਟੈਂਸ। ਤਾਂ ਕੁਝ ਪੇਸਟ ਹੈਗੇ ਆ ਜਿੱਦਾਂ ਆਪਾਂ ਮੈਡੀਸਿਨ ਰੈਗੂਲਰਲੀ ਯੂਜ਼ ਕਰ ਰਹੇ ਹਾਂ ਜਾਂ ਆਪਾਂ ਗੱਲ ਕਰਦੇ ਪੇਸਟ ਫਾਰਮਿੰਗ ਦੇ ਵਿੱਚ, ਤਾਂ ਕੁਝ ਐਦਾਂ ਦੇ ਜੀਨਸ ਉਹਨਾਂ ਦੇ ਵਿੱਚ ਕੀ ਹੋ ਗਈਆਂ, ਪੈਥੋਜਨ ਆਪਣੇ ਅੰਦਰ ਐਦਾਂ ਦੇ ਅਲੀਲ ਜਾਂ ਜੀਨਸ ਨੂੰ ਬਿਲਡਅਪ ਕਰ ਲਿਆ ਕਿ ਹੁਣ ਉਹ ਸਿਮਿਲਰ ਜਿਹੜੀਆਂ ਡਰਗ ਹੈ ਉਹਨਾਂ ਤੇ ਅਪਲਾਈ ਨਹੀਂ ਹੋ ਰਹੀਆਂ ਔਰ ਉਹ ਈਜ਼ੀਲੀ ਟੋਲਰੇਟ ਕਰ ਰਹੇ ਉਹਨਾਂ ਨੂੰ। ਤਾਂ ਇਟ ਮੀਨਸ ਉਹ ਵੀ ਕੀ ਹੋ ਗਏ, ਉਹ ਨੈਚੁਰਲੀ ਸਿਲੈਕਟ ਹੋ ਗਿਆ ਔਰ ਉਹਨਾਂ ਨੇ ਕੀ ਕਰ ਲਿਆ, ਜੋ ਡਰਗ ਸੀ ਉਸ ਦੇ ਪ੍ਰਤੀ ਕੀ ਹੋ ਗਏ, ਉਹ ਰਜਿਸਟਿਵ ਹੋ ਗਏ, ਡਰਗ ਦਾ ਉਹਨਾਂ ਤੇ ਇਫੈਕਟ ਨਹੀਂ ਹੋ ਰਿਹਾ। ਤਾਂ ਉਹ ਵੀ ਕੀ ਹੋ ਗਏ, ਇੱਕ ਤਰ੍ਹਾਂ ਦੀ ਨੈਚੁਰਲੀ ਸਿਲੈਕਟਡ ਹੋ। ਨੈਕਸਟ ਹੈ ਆਪਣੇ ਕੋਲ ਸਿਕਲ ਸੈਲ ਅਨੀਮੀਆ। ਇੱਕ ਤਰ੍ਹਾਂ ਦੀ ਡਿਸੀਜ਼ ਹੈ ਸਿਕਲ ਸੈਲ ਅਨੀਮੀਆ। ਇਹ ਮਲੇਰੀਆ ਰੈਜ਼ਿਸਟੈਂਸ ਹੈ। ਅਗਰ ਸਿਕਲ ਸੈਲ ਅਨੀਮੀਆ, ਅਗਰ ਜਿਹੜੇ ਬਲੱਡ ਗਰੁੱਪ ਹੈ, ਅਗਰ ਉਸ ਦੇ ਉੱਪਰ ਕਿਹੜੇ ਆਉਂਦੇ, ਸਿਕਲ ਸੈਲ ਅਨੀਮੀਆ ਨਾਮ ਦਾ, ਅਗਰ ਸਿਕਲ ਸੈਲ ਵਾਲੀ ਜਿਹੜੀ ਅਗਰ ਜੀਨ ਹੈ, ਅਗਰ ਉਹ ਹੋਮੋਲੋਗਸ ਦੇ ਵਿੱਚ ਆ ਗਈ, ਹੋਮੋਜ਼ਾਈਗਸ ਕੰਡੀਸ਼ਨ ਦੇ ਵਿੱਚ ਆ ਗਈ। ਹੋਮੋਜ਼ਾਈਗਸ ਕੰਡੀਸ਼ਨ ਹੁੰਦਾ ਕਿ ਦੋਨੋਂ ਦੇ ਦੋਨੋਂ ਕਿਹੜੇ ਵਾਲੇ ਹੋ ਜਾਣ, SS। ਜਿੱਦਾਂ ਆਪਾਂ ਲੀਲ ਕਹਿ ਦਿੱਤਾ, ਇੱਕ ਮਦਰ ਤੋਂ ਕ੍ਰੋਮੋਸੋਮ ਗਿਆ, ਇੱਕ ਫਾਦਰ ਤੋਂ ਗਿਆ। ਔਰ ਇਹਦੇ ਉੱਪਰ ਜਿਹੜੀ ਇੱਕ ਜੀਨ ਹੋਏਗੀ ਜਿਹੜੀ ਸਿਕਲ ਸੈਲ ਅਨੀਮੀਆ ਨੂੰ ਕਰ ਰਹੀ ਹੈ, ਅਗਰ ਦੋਨੋਂ ਕਿਹੜੇ ਹੋ ਜਾਣ ਹੋਮੋਜ਼ਾਈਗਸ ਕੰਡੀਸ਼ਨ ਦੇ ਵਿੱਚ, ਕਿ SS ਹੋ ਜੇ ਦੋਨੋਂ ਦੇ ਉੱਪਰ, ਜਦੋਂ ਬੇਬੀ ਦੇ ਅੰਦਰ ਗਿਆ ਇੱਕ ਮਦਰ ਤੋਂ ਇੱਕ ਫਾਦਰ ਕ੍ਰੋਮੋਸੋਮ ਗਿਆ, ਤਾਂ ਉਹਨਾਂ ਦੋਨੋਂ ਦੇ ਉੱਪਰ ਕੀ ਹੋਏ, ਸਿਕਲ ਸੈਲ ਅਨੀਮੀਆ ਵਾਲਾ ਅਲੀਲ ਪ੍ਰੈਜ਼ੈਂਟ ਹੋਏ। ਤਾਂ ਇਸ ਕੰਡੀਸ਼ਨ ਨੂੰ ਆਪਾਂ ਕੀ ਕਹਿ ਦਿੰਦੇ ਆ, ਹੈਮੋਜ਼ਾਈਗਸ ਕੰਡੀਸ਼ਨ। ਜਦੋਂ ਮਦਰ ਐਂਡ ਫਾਦਰ ਦੋਨੋਂ ਤੋਂ ਇੱਕ ਇੱਕ ਜੋ ਕ੍ਰੋਮੋਸੋਮ ਗਿਆ, ਉਹਨਾਂ ਦੇ ਉੱਪਰ ਕੀ ਹੈ, ਦੋਨੋਂ ਦੇ ਉੱਪਰ ਕੀ ਹੈ, ਸਿਕਲ ਸੈਲ ਅਨੀਮੀਆ ਵਾਲੀ ਅਲੀਲ ਹੈ ਜੋ ਕਿ ਨੂੰ ਰਿਪਰੈਜ਼ੈਂਟ ਕਰ ਰਹੀ ਹੈ ਹੈਮੋਜ਼ਾਈਗਸ ਕੰਡੀਸ਼ਨ। ਤਾਂ ਹੈਮੋਜ਼ਾਈਗਸ ਕੰਡੀਸ਼ਨ ਜਦੋਂ ਇਦਾਂ ਦੀ ਬਿਲਡਅਪ ਹੋਗੀ ਤਾਂ ਉਹਦੇ ਨਾਲ ਕੀ ਹੋਏਗਾ, ਜਿਹੜਾ ਪੇਸ਼ੈਂਟ ਜਾਂ ਜਿਹੜਾ ਬੇਬੀ ਹੋਏਗਾ ਉਹ ਅਰਲੀ ਸਟੇਜ ਦੇ ਵਿੱਚ ਕੀ ਹੋ ਜਾਏਗਾ, ਬੇਬੀ will die in early stage। अर्ली ਸਟੇਜ ਦੇ ਵਿੱਚ ਕੀ ਹੋ ਜਾਏਗਾ, ਉਹ ਡਾਈ ਹੋ ਜਾਏਗਾ, ਖਤਮ ਹੋ ਜਾਏਗਾ, ਜਿਸ ਦੇ ਵਿੱਚ ਕਿਹੜੇ ਵਾਲੀ ਹੋਏਗੀ, ਹੈਮੋਜ਼ਾਈਗਸ ਕੰਡੀਸ਼ਨ ਆਏਗੀ। ਲੇਕਿਨ ਜਿਨ੍ਹਾਂ ਦੇ ਵਿੱਚ ਕੀ ਹੋਏਗਾ, ਹੈਟਰੋਜ਼ਾਈਗਸ ਕੰਡੀਸ਼ਨ ਹੋਏਗੀ। ਹੈਟਰੋਜ਼ਾਈਗਸ ਦੇ ਵਿੱਚ ਕੀ ਹੋਏਗਾ, ਜੋ ਲੀਲ ਹੈ ਇੱਕ ਤੋਂ ਹੀ ਆਇਆ, ਦੂਸਰੇ ਤੇ ਸਿਕਲ ਸੈਲ ਅਨੀਮੀਆ ਸਿਰਫ ਇੱਕ ਤੇ ਹੀ ਹੈ, ਦੂਜੇ ਤੇ ਨਹੀਂ ਹੈ। ਤਾਂ ਇਦਾਂ ਦੀ ਜਿਹੜੀ ਕੰਡੀਸ਼ਨ ਹੋਏਗੀ ਉਸ ਨੂੰ ਆਪਾਂ ਕੀ ਕਹਿ ਦਿਆਂਗੇ, ਇਹ ਹੈਟਰੋਜ਼ਾਈਗਸ ਕੰਡੀਸ਼ਨ ਹੈ, ਕਿਉਂਕਿ ਇੱਕ ਤੇ ਹੈ ਇੱਕ ਤੇ ਐਬਸੈਂਟ ਹੈ। ਤਾਂ ਇਸ ਨੂੰ ਆਪਾਂ ਕਹਿੰਦੇ ਹੈਟਰੋਜ਼ਾਈਗਸ ਕੰਡੀਸ਼ਨ। ਚਾਹੇ
ਅਗਰ ਮਦਰ ਤੋਂ ਆ ਰਿਹਾ ਤਾਂ ਜਾਂ ਫਾਦਰ ਤੋਂ ਆ ਰਿਹਾ ਤਾਂ ਆਪਣੇ ਕੋਲ ਕੀ ਹੈਟਰੋਜ਼ਾਈਗਸ ਕੰਡੀਸ਼ਨ ਹੋਗੀ। ਤਾਂ ਇਸ ਕਰੈਕਟਰ ਦੇ ਵਿੱਚ ਜਿਹੜੇ ਆਰਬੀਸੀ ਹੋਣਗੇ ਉਹ ਕਿਹੜੇ ਟਾਈਪ ਦੇ ਹੋ ਜਾਂਦੇ ਆ, ਅੱਗੇ ਆਪਾਂ ਕਰਦੇ ਹਾਂ ਬਾਈਕਨਕੇਵ ਹੁੰਦੇ, ਲੇਕਿਨ ਇਹ ਸਿਕਲ ਸੈੱਲ ਜਿੱਦਾਂ ਦਾਤੀ ਹੁੰਦੀ ਹੈ ਨਾ, ਪੰਜਾਬੀ ਚ ਆਪਾਂ ਦਾਤੀ ਕਹਿ ਦਿੰਦੇ ਹਾਂ, ਉਸ ਟਾਈਪ ਦੇ ਹੋ ਜਾਣਗੇ। ਤਾਂ ਸਿਕਲ ਸੈੱਲ ਅਨੀਮੀਆ ਉਹਦਾ ਆਰਬੀਸੀ ਦੀ ਜਿਹੜੀ ਸ਼ੇਪ ਉਹ ਚੇਂਜ ਹੋ ਜਾਏਗੀ। ਤਾਂ ਹੁਣ ਇਹਦਾ ਵੀ ਇੱਕ ਬੈਨੀਫਿਟ ਹੈ ਲੇਕਿਨ ਬੈਨੀਫਿਟ ਹੈ ਕਿੱਥੇ, ਇਹ ਇੱਕ ਤਰ੍ਹਾਂ ਦੀ ਜਿਹੜੇ ਦੂਸਰੇ ਹੋਮੋਜ਼ਾਈਗਸ ਕੰਡੀਸ਼ਨ ਵਿੱਚ ਉਹ ਤਾਂ ਅਰਲੀ ਸਟੇਜ ਵਿੱਚ ਡੈਥ ਹੋ ਜਾਏਗੀ, ਲੇਕਿਨ ਜਿਹੜੀ ਆਹ ਵਾਲੀ ਸਿਕਲ ਸੈੱਲ ਅਨੀਮੀਆ ਜਿਹੜੀ ਹੈ, ਅਗਰ ਉਹ ਪੇਸ਼ੈਂਟ ਦੇ ਜਿਹੜੇ ਆਰਬੀਸੀ ਹੈ ਹੈਟਰੋਜ਼ਾਈਗਸ ਕੰਡੀਸ਼ਨ ਕਰਕੇ ਆਰਬੀਸੀ ਕਿਹੜੇ ਸ਼ੇਪ ਦੇ ਹੋ ਗਏ ਆ, ਇਸ ਸ਼ੇਪ ਦੇ ਹੋ ਗਿਆ, ਸਿਕਲ ਸ਼ੇਪ ਹੋ ਗਿਆ। ਤਾਂ ਸਿਕਲ ਜਿਹੜੀ ਸ਼ੇਪ ਹੈ ਉਸਦਾ ਇੱਕ ਬੈਨੀਫਿਟ ਇਹ ਹੈ ਕਿ ਇਸ ਦੇ ਉੱਪਰ ਜਿਹੜੇ ਮਲੇਰੀਆ ਕੋਜ਼ਿੰਗ ਜਿਹੜੇ ਆਪਾਂ ਪ੍ਰੋਟੋਜ਼ੋਨ ਕਰੇ ਆ, ਮਲੇਰੀਆ ਕੋਜ਼ਿੰਗ ਪੈਰਾਸਾਈਟ, ਜਿਹੜੇ ਮਲੇਰੀਆ ਕੋਜ਼ਿੰਗ ਪੈਰਾਸਾਈਟ ਹੈ ਉਹ ਸਰਵਾਈਵ ਨਹੀਂ ਕਰ ਪਾਉਂਦੇ ਸਿਕਲ ਸੈੱਲ ਸ਼ੇਪ ਦੇ ਉੱਪਰ, ਕਿਉਂਕਿ ਆਪਾਂ ਮਲੇਰੀਆ ਵਾਲੀ ਪੂਰੇ ਦੇ ਪੂਰੇ ਜਿਹੜੀ ਹਿਊਮਨ ਡਿਜ਼ੀਜ਼ ਦੇ ਵਿੱਚ ਕਰਕੇ ਆਏ ਤਾਂ ਆਰਬੀਸੀ ਤੋਂ ਹੀ ਕੀ ਹੁੰਦਾ ਹੈਗਾ, ਇਹ ਆਪਣੇ ਆਪ ਨੂੰ ਗਰੋ ਕਰਾਉਂਦੇ ਹੈਗੇ ਆ। ਇਹਨਾਂ ਦੀ ਫਰਟੀਲਾਈਜੇਸ਼ਨ ਜਿਹੜੀ ਹੁੰਦੀ ਹੈ, ਜਿਹੜੀ ਉਹਨਾਂ ਦੇ ਵਿੱਚ ਕੰਡੀਸ਼ਨ ਆਉਂਦੀ ਹੈ, ਜਿਹੜੀ ਮੇਲ ਐਂਡ ਫੀਮੇਲ ਵਾਲੀ, ਜਿਹੜੇ ਉਹਨਾਂ ਦੇ ਵਿੱਚ ਐਗਸ ਵਗੈਰਾ ਬਣਦੇ ਆ, ਤਾਂ ਉਹ ਸਾਰੇ ਕਿੱਥੇ ਬਣਦੇ ਸੀ, ਆਰਬੀਸੀ ਦੇ ਵਿੱਚ ਹੀ ਹੁੰਦੇ ਸੀ। ਆਰਬੀਸੀ ਦੀ ਰਪਚਰ ਕਰਾਉਂਦੇ ਸੀ, ਉਹ ਆਪਣੇ ਨੰਬਰ ਇੰਕਰੀਜ਼ ਕਰਾ ਰਹੇ ਹੁੰਦੇ ਆ, ਜਿਸ ਕਰਕੇ ਕੰਡੀਸ਼ਨ ਆਉਂਦੀ ਕਿ ਆਰਬੀਸੀ ਘਟਦੇ ਜਾਂਦੇ ਆ, ਉਹ ਜਿਸ ਕਰਕੇ ਫੀਵਰ ਆਪਣਾ ਔਰ ਵੀਕਨੈਸ ਵਗੈਰਾ ਆਉਣੀ ਸ਼ੁਰੂ ਹੋ ਜਾਂਦੀ। ਲੇਕਿਨ ਸਿਕਲ ਸੈੱਲ ਜਦੋਂ ਹੋਏਗਾ ਆਰਬੀਸੀ, ਤਾਂ ਉਹਦੇ ਵਿੱਚ ਕੀ ਹੋਗਾ, ਮਲੇਰੀਆ ਕੋਜ਼ਿੰਗ ਜਿਹੜੇ ਪੈਰਾਸਾਈਟ ਆ ਉਹ ਸਰਵਾਈਵ ਹੀ ਨਹੀਂ ਕਰ ਪਾਣਗੇ, ਡੂ ਨਾਟ ਸਰਵਾਈਵ। ਅਗਰ ਸਰਵਾਈਵ ਹੀ ਨਹੀਂ ਕਰ ਪਾਣਗੇ ਤਾਂ ਜਿਹੜੇ ਇਦਾਂ ਦੇ ਹੋਣਗੇ ਇੰਡੀਵਿਜੂਅਲ ਜਿਨ੍ਹਾਂ ਕੋਲ ਆਰਬੀਸੀ ਸਿਕਲ ਸੈੱਲ ਸ਼ੇਪ ਦੇ ਹੋਣਗੇ, ਉਹਨਾਂ ਨੂੰ ਮਲੇਰੀਆ ਨਹੀਂ ਹੋਏਗਾ। ਉਹਨਾਂ ਨੂੰ ਕੀ ਨਹੀਂ ਹੋਏਗਾ, ਮਲੇਰੀਆ ਨਹੀਂ ਹੋਏਗਾ। ਤਾਂ ਏਦਾਂ ਦੇ ਹੀ ਜਿਹੜੇ ਪੇਸ਼ੈਂਟ ਹੈ ਜਾਂ ਆਪਾਂ ਕਹਿ ਦਿੰਦੇ ਹਾਂ ਇੰਡੀਵਿਜੂਅਲ, ਇਹ ਕਿੱਥੇ ਪਾਏ ਜਾਂਦੇ ਆ, ਅਫਰੀਕਨ ਕੰਟਰੀਜ਼ ਦੇ ਵਿੱਚ ਹੁੰਦੇ ਆ, ਅਫਰੀਕਨ ਕੰਟਰੀਜ਼ ਦੇ ਵਿੱਚ ਹੋਣਗੇ, ਅਫਰੀਕਨ ਕੰਟਰੀਜ਼ ਦੇ ਵਿੱਚ ਹੋਣਗੇ, ਜਿਸ ਦੇ ਵਿੱਚ ਕੀ ਹੋਏਗਾ ਕਿ ਉਹਨਾਂ ਦੇ ਜਿਹੜੇ ਸੈੱਲ ਹੈ ਆਰਬੀਸੀ ਜਿਹੜੇ ਆ ਉਹ ਸਿਕਲ ਸੈੱਲ ਸ਼ੇਪ ਦੇ ਹੋਣਗੇ। ਤਾਂ ਔਰ ਉੱਥੇ ਜਿਹੜਾ ਉੱਥੇ ਮੱਛਰ ਬਹੁਤ ਜ਼ਿਆਦਾ ਹੁੰਦਾ ਹੈਗਾ, ਜਿਹੜੇ ਆਪਾਂ ਕਰੇ ਆ ਨਾ ਕਿ ਮਲੇਰੀਆ ਇੱਕ ਮੱਛਰ ਤੋਂ ਹੀ ਫੈਲਦਾ, ਅੱਗੇ ਮੱਛਰ ਦੀ ਜਿਹੜੀ ਲਾਰ ਹੁੰਦੀ ਹੈ ਉਸ ਦੇ ਵਿੱਚ ਪ੍ਰੋਟੋਜ਼ੋਨਸ ਹੁੰਦੇ ਆ ਜਾਂ ਸਪੋਰੋਜ਼ੋਇਟਸ ਹੁੰਦੇ ਆ, ਜਿਹੜੇ ਪਹਿਲਾਂ ਲਿਵਰ ਸੈੱਲ ਨੂੰ ਇਫੈਕਟ ਕਰਦੇ ਆ, ਉਸ ਤੋਂ ਬਾਅਦ ਆਰਬੀਸੀ ਨੂੰ ਇਫੈਕਟ ਕਰਦੇ ਆ, ਤਾਂ ਉਹ ਗਰੋ ਅਪ ਕਰਦੇ ਆ ਆਰਬੀਸੀ ਦੇ ਅੰਦਰ, ਤਾਂ ਫਿਰ ਉਹ ਨੈਕਸਟ ਸਾਈਕਲ ਲਈ ਤਿਆਰ ਹੁੰਦੇ ਆ। ਤਾਂ ਐਵੇਂ ਹੀ ਅਗਰ ਆਰਬੀਸੀ ਸਿਕਲ ਸ਼ੇਪ ਦੇ ਹੋਣਗੇ ਤਾਂ ਜਿਹੜੇ ਮਲੇਰੀਆ ਕੋਜ਼ਿੰਗ ਪੈਰਾਸਾਈਟ ਆ ਉਹ ਸਰਵਾਈਵ ਨਹੀਂ ਕਰ ਪਾਣਗੇ, ਤਾਂ ਮਲੇਰੀਆ ਉਹਨਾਂ ਪਰਸਨ ਨੂੰ ਹੋਏਗਾ ਨਹੀਂ। ਤਾਂ ਅਫਰੀਕਨ ਕੰਟਰੀਜ਼ ਦੇ ਵਿੱਚ ਮੱਛਰ ਜ਼ਿਆਦਾ ਹੋਣ ਕਰਕੇ ਉਹਨਾਂ ਦੇ ਅੰਦਰ ਇੱਕ ਨੈਚੁਰਲੀ ਇਹ ਕੀ ਹੈ, ਇੱਕ ਤਰ੍ਹਾਂ ਦੀ ਨੈਚੁਰਲੀ ਅਡੈਪਟੇਸ਼ਨ ਆਈ ਉਹਨਾਂ ਦੇ ਅੰਦਰ ਕਿ ਉਹਨਾਂ ਦੇ ਜਿਹੜੇ ਆਰਬੀਸੀ ਹੈਗੇ ਆ ਉਹ ਕਿਹੜੇ ਸ਼ੇਪ ਦੇ ਹੈਗੇ ਆ, ਉਹ ਸਿਕਲ ਸੈੱਲ ਸ਼ੇਪ ਦੇ ਹੁੰਦੇ ਆ। ਨੈਚੁਰਲੀ ਅਡੈਪਟੇਸ਼ਨ ਹੈ ਕਿ ਆਰਬੀਸੀ ਕਿਹੜੀ ਸ਼ੇਪ ਦੇ ਹੈ, ਸਿਕਲ ਸ਼ੇਪ। ਇਟ ਮੀਨਸ ਕੀ ਹੈ ਕਿ ਨੇਚਰ ਨੇ ਉਹਨਾਂ ਨੂੰ ਅਸੈਪਟ ਕਰ ਲਿਆ ਕਿ ਉਹਨਾਂ ਦੇ ਆਰਬੀਸੀ ਕਿਹੜੇ ਸ਼ੇਪ ਦੇ ਵਿੱਚ ਹੋਣ, ਆਰਬੀਸੀ ਜਿਹੜੇ ਆ ਉਹ ਸਿਕਲ ਸ਼ੇਪ ਦੇ ਹੋਣ, ਤਾਂ ਜਿਸ ਨਾਲ ਉਹ ਕੀ ਕਰ ਪਾ ਰਹੇ ਉੱਥੇ ਬੈਟਰ ਸਰਵਾਈਵ ਕਰ ਪਾ ਰਹੇ। ਤਾਂ ਸਭ ਕੁਝ ਦੇ ਰੱਖਿਆ, ਤੁਸੀਂ ਰੀਡ ਕਰ ਲੈਣਾ। ਨੈਕਸਟ ਹੈ ਆਪਣੇ ਸਟੇਬਲਾਈਜ਼ਿੰਗ ਸਿਲੈਕਸ਼ਨ, ਟਾਈਪ ਆਫ ਨੈਚੁਰਲ ਸਿਲੈਕਸ਼ਨ, ਇੱਕ ਸਟੇਬਲਾਈਜ਼ਿੰਗ ਹੈ, ਸੈਕੰਡ ਹੈ ਡਾਇਰੈਕਸ਼ਨਲ, ਔਰ ਥਰਡ ਵਾਲੀ ਆਪਣੇ ਕੋਲ ਡਿਸਟਰਪਟਿਵ। ਤਾਂ ਆਪਾਂ 1 ਬਾਈ 1 ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾਂ ਸਟੇਬਲਾਈਜ਼ਿੰਗ ਦੇਖਦੇ ਹਾਂ। ਸਟੇਬਲਾਈਜ਼ਿੰਗ ਦੇ ਵਿੱਚ ਕੀ ਹੋਏਗਾ, ਇੱਕ ਲਾਰਜਰ ਐਂਡ ਸਮੋਲਰ ਸ਼ੇਪ ਜਿਹਨਾਂ ਦੀ ਹੋਏਗੀ, ਲਾਰਜਰ ਐਂਡ ਸਮੋਲਰ ਸ਼ੇਪ ਵਾਲੇ ਜਿਹੜੀ ਹੋਣਗੇ ਉਹ ਕੀ ਹੋਣਗੇ, ਨੇਚਰ ਉਹਨਾਂ ਨੂੰ ਕੀ ਕਰ ਦੇਗੀ, ਡਿਸਐਕਸੈਪਟ ਕਰ ਦੇਗੀ, ਇਹਨਾਂ ਨੂੰ ਸਿਲੈਕਟ ਨਹੀਂ ਕਰੇਗੀ। ਔਰ ਜਿਹੜੇ ਮਿਡਲ ਵਾਲੇ ਹੋਣਗੇ, ਮਿਡਲ ਸਾਈਜ਼ ਜਾਂ ਮਿਡਲ ਸਾਈਜ਼ ਜਿਹੜੇ ਹੋਣਗੇ ਆਪਣੇ ਕੋਲ ਆਰਗੇਨਿਜ਼ਮ, ਉਹਨਾਂ ਨੂੰ ਕੀ ਕਰੇਗੀ, ਉਹਨਾਂ ਨੂੰ ਅਸੈਪਟ ਕਰੇਗੀ। ਤਾਂ ਇਹ ਵਾਲੀ ਜਿਹੜੀ ਹੋਏਗੀ ਸਟੇਬਲਾਈਜ਼ਿੰਗ, ਇਹ ਕਿਹੜੇ ਵਾਲੇ ਇਹ ਜਿਹੜੀ ਨੈਚੁਰਲ ਸਿਲੈਕਸ਼ਨ ਇਹ ਕਿਹੜੇ ਵਾਲੇ ਸਟੇਬਲਾਈਜ਼ਿੰਗ ਸਿਲੈਕਸ਼ਨ ਚ ਆਣਗੇ। ਤਾਂ ਦੇਖੋ, it favors the average or normal phenotype and eliminate extreme variety।
ਜਿਹੜੇ ਐਕਸਟ੍ਰੀਮ ਵੇਰੀਐਂਟ ਹੋਣਗੇ ਜਾਂ ਤਾਂ ਉਹ ਸਮੋਲਰ ਜ਼ਿਆਦਾ ਹੋਣ ਜਾਂ ਲਾਰਜਰ ਜ਼ਿਆਦਾ ਹੋਣ, ਉਹਨਾਂ ਨੂੰ ਕੀ ਕਰ ਦੇਗੀ, ਐਲੀਮੀਨੇਟ ਕਰ ਦੇਗੀ, ਔਰ ਜਿਹੜੇ ਮਿਡਲ ਸਾਈਜ਼ ਵਾਲੇ ਹੋਣਗੇ ਉਹਨਾਂ ਨੂੰ ਅਸੈਪਟ ਕਰ ਲੇਗੀ। ਤੇ ਇਹ ਸਟੇਬਲਾਈਜ਼ਿੰਗ ਸਿਲੈਕਸ਼ਨ। ਤਾਂ ਇਹਦੇ ਵਿੱਚ ਇੱਕ ਕੁਐਸਚਨ ਜੋ ਆਪਾਂ ਨੂੰ ਦੇ ਰੱਖਿਆ, ਐਗਜ਼ਾਮਪਲ ਦੇ ਰੱਖੀ ਹੈ, ਜਿੱਦਾਂ ਹਿਊਮਨ ਬੇਬੀ ਜਿਹੜਾ ਜਿਹਦਾ weight 7.3 ਪਾਉਂਡ ਹੈ ਐਂਡ 10 ਆਪਣੇ ਕੋਲ ਦੇ ਰੱਖਿਆ 7.3 ਪਾਉਂਡ, ਇਹ ਕਿਹੜੇ ਵਾਲੇ ਹੈਗੇ, ਜਿਨ੍ਹਾਂ ਬੇਬੀਆਂ ਦਾ ਜਿਨ੍ਹਾਂ ਬੱਚਿਆਂ ਦਾ weight ਕਿਹੜਾ ਮਿਡਲ 'ਚ ਹੈ। ਅਮੂਮਨ ਜਿਹੜੇ ਬੇਬੀ ਜਿਹੜਾ ਹੋਏਗਾ ਨਿਊ ਬੋਰਨ, ਉਹਨਾਂ ਦਾ weight ਇੰਨਾ ਹੀ ਹੁੰਦਾ। ਔਰ ਇਨਫੈਂਟ ਵਿਦ ਬੇਬੀ weight ਲੈਸ ਦੈਨ 5.5 ਪਾਉਂਡ, ਜਿਨ੍ਹਾਂ ਦਾ 5.5 ਪਾਉਂਡ ਜਾਂ ਫਿਰ ਮੋਰ ਦੈਨ ਹੋਏ 10 ਪਾਉਂਡ ਦੇ ਨਾਲ, ਇਹ ਦੋਨੋਂ ਐਕਸਟ੍ਰੀਮ ਆ ਗਈਆਂ ਪੋਜੀਸ਼ਨ। ਐਕਸਟ੍ਰੀਮ ਪੋਜੀਸ਼ਨ ਇਹਨਾਂ ਨੇ ਕੀ ਕਰ ਦਿੰਦੇ ਆ, ਐਲੀਮੀਨੇਟ ਮੋਸਟਲੀ ਮੋਰਟੈਲਿਟੀ ਰੇਟ, ਜਿਹੜਾ ਮੋਰਟੈਲਿਟੀ ਰੇਟ ਕਿਹੜੇ ਕਿ ਬੱਚੇ ਜਿਹੜੀ ਡੈਥ ਹੋ ਜਾਂਦੀ ਹੈ, ਅਰਲੀ ਡੈਥ ਜਿਹੜੀ ਹੋ ਜਾਂਦੀ ਹੈ, ਅਰਲੀ ਡੈਥ ਆਫ ਨਿਊ ਇਨਫੈਂਟ, ਉਹ ਕਿਹੜੇ ਵਾਲੇ weight ਦੇ ਵਿੱਚ ਜ਼ਿਆਦਾ ਹੁੰਦੀ, ਜਾਂ ਤਾਂ ਜਿਨ੍ਹਾਂ ਦਾ weight ਬਿਲਕੁਲ ਘੱਟ ਹੋਏ ਜਾਂ ਜਿਨ੍ਹਾਂ ਦਾ weight ਬਹੁਤ ਜ਼ਿਆਦਾ ਹੋਏ। ਤਾਂ ਇਹ ਕੀ ਹੈ, ਇੱਕ ਤਾਂ ਨੈਚੁਰਲ ਸਿਲੈਕਸ਼ਨ ਹੀ ਹੈ। ਤੇ ਕਿਹੜੇ ਵਾਲੀ ਨੈਚੁਰਲ ਸਿਲੈਕਸ਼ਨ ਹੈ, ਇਹ ਆਪਣੇ ਕੋਲ ਸਟੇਬਲਾਈਜ਼ਿੰਗ ਸਿਲੈਕਸ਼ਨ, ਜਿਹੜੇ ਮਿਡਲ ਵਾਲੇ ਨੂੰ ਤਾਂ ਅਸੈਪਟ ਕਰਦੀ ਹੈ, ਲੇਕਿਨ ਐਕਸਟ੍ਰੀਮ ਵਾਲਿਆਂ ਨੂੰ ਕੀ ਕਰਦੀ ਹੈ, ਐਲੀਮੀਨੇਟ ਕਰਦੀ ਹੈ। ਤਾਂ ਇਸ ਤਰ੍ਹਾਂ ਦੀ ਜਿਹੜੀ ਐਗਜ਼ਾਮਪਲ ਹੈ ਉਹ ਆਪਣੇ ਕੋਲ ਹੈ। ਤੇ ਐਦਾਂ ਹੀ ਅੱਗੇ ਡਾਇਰੈਕਸ਼ਨਲ ਜਾਂ ਫਿਰ ਪ੍ਰੋਗਰੈਸਿਵ ਸਿਲੈਕਸ਼ਨ, ਇਸ ਦੇ ਵਿੱਚ ਕੀ ਹੋਏਗਾ, ਜੋ ਇਸ ਚੀਜ਼ ਦਾ ਗ੍ਰਾਫ ਹੈ ਉਹ ਕਿਹੜੇ ਵਾਲੀ ਹੈ ਪੁੱਛ ਸਕਦੇ ਆ। ਤੇ ਨੈਚੁਰਲ ਵਾਲਾ ਕਿਹੜਾ, ਆ ਜਿਹੜਾ ਐਕਸਟ੍ਰੀਮ, ਇਹ ਵੀ ਇੱਕ ਐਕਸਟ੍ਰੀਮ ਹੈ, ਇਸ ਨੂੰ ਕੀ ਕਰਤਾ ਉਹਨੇ, ਡੋਮੀਨੇਟ ਕਰਤਾ। ਉਹ ਨੈਚੁਰਲ ਸਿਲੈਕਸ਼ਨ ਦੇ ਵਿੱਚ ਕੀ ਹੈ, ਇੰਡੀਵਿਜੂਅਲ ਜਿਹੜੇ ਆ ਅਨਨੈਚੁਰਲ ਮਿਡਲ ਵਾਲੇ ਜਿਹੜੇ ਹੈਗੇ ਆ ਉਹਨਾਂ ਨੂੰ ਕੀ ਕਰ ਲਿਆ, ਅਸੈਪਟ ਕਰ ਲਿਆ। ਤੇ ਸੈਕਿੰਡ ਦੇ ਵਿੱਚ ਕੀ ਆਪਣੇ ਕੋਲ ਆ ਐਕਸਟ੍ਰੀਮ, ਇੱਕ ਆ ਐਕਸਟ੍ਰੀਮ ਪਈ ਹੋਈ ਹੈ, ਲੇਕਿਨ ਜਿਹੜੇ ਮਿਡਲ ਵਾਲੇ ਆ, ਮਿਡਲ ਵਾਲੇ ਨੂੰ ਕੀ ਕਰ ਲਿਆ ਉਹਨਾਂ ਨੇ, ਲੈਸ ਕਰਤਾ। ਤਾਂ ਇਸ ਦੇ ਵਿੱਚ ਦੇਖੋ ਆਪਣੇ ਕੋਲ ਡਾਇਰੈਕਸ਼ਨਲ ਦੇ ਵਿੱਚ ਆਪਣੇ ਕੋਲ ਕਿਹੜੇ ਵਾਲੇ ਆ, ਜਾਂ ਤਾਂ ਓਕੇ, ਡਾਇਰੈਕਸ਼ਨਲ ਪ੍ਰੋਗਰੈਸਿਵ ਦੇ ਵਿੱਚ ਕਿਹੜੇ ਵਾਲੀ ਹੋਏਗੀ ਕਿ ਇੱਕ ਐਕਸਟ੍ਰੀਮ ਵਾਲੀ ਨੂੰ ਕੀ ਕਰੇਗੀ, ਨੇਚਰ ਫੇਵਰ ਕਰੇਗੀ ਔਰ ਬਾਕੀ ਨੂੰ ਕੀ ਕਰ ਦੇਗੀ, ਐਲੀਮੀਨੇਟ ਕਰ ਦੇਗੀ। ਇਟ ਫੇਵਰਸ ਵਨ ਐਕਸਟ੍ਰੀਮ ਵੈਲਿਊ ਐਂਡ ਐਲੀਮੀਨੇਟ ਅਨਦਰ ਐਕਸਟ੍ਰੀਮ ਵੈਲਿਊ ਐਂਡ ਐਵਰੇਜ ਵੈਲਿਊ। ਕਿ ਜਿੱਦਾਂ ਆਪਣੇ ਕੋਲ ਸਿਲੈਕਸ਼ਨ, ਇੱਕ ਐਕਸਟ੍ਰੀਮ ਕਿਹੜੇ ਵਾਲੀ ਹੈ, ਇਹ ਮਿਨੀਮਮ ਵਾਲੀ ਹੈ, ਇੱਧਰ ਕਿਹੜੇ ਵਾਲੀ ਹੈ, ਮੈਕਸਿਮਮ ਵਾਲੀ, ਵਿੱਚ ਮਿਡਲ ਪਈ ਆਪਣੇ ਕੋਲ। ਤਾਂ ਇਹਦੇ 'ਚ ਕੀ ਹੋਏਗਾ, ਜਾਂ ਤਾਂ ਇਹ ਕੀ ਹੋ ਜਾਏਗਾ, ਇੱਕ ਮੈਕਸਿਮਮ ਵਾਲੇ ਨੂੰ ਸਿਲੈਕਟ ਕਰ ਲੇਗੀ, ਤੇ ਜਾਂ ਫਿਰ ਕੀ ਹੋ ਜਾਏਗਾ, ਮਿਨੀਮਮ ਵਾਲੇ ਨੂੰ ਸਿਲੈਕਟ ਕਰ ਲੇਗੀ ਔਰ ਬਾਕੀ ਕੀ ਹੈ, ਐਲੀਮੀਨੇਟ ਕਰ ਦੇਗੀ। ਮਿਡਲ ਵਾਲੇ ਨੂੰ ਐਲੀਮੀਨੇਟ ਕਰਤਾ, ਮੈਕਸਿਮਮ ਨੂੰ ਵੀ ਕੀ ਕਰਤਾ, ਐਲੀਮੀਨੇਟ ਕਰਤਾ। ਇੱਕ ਐਕਸਟ੍ਰੀਮ ਨੂੰ ਕੀ ਕਰੇਗੀ, ਸਿਲੈਕਟ ਕਰੇਗੀ। ਤਾਂ ਇਹ ਵਾਲੀ ਕਿਹੜੀ ਹੈ, ਡਾਇਰੈਕਸ਼ਨਲ, ਕਿ ਇੱਕ ਸਾਈਡਡ ਹੀ ਗਈ ਹੈ, ਜਾਂ ਤਾਂ ਮੈਕਸਿਮਮ ਐਕਸਟ੍ਰੀਮ ਨੂੰ ਉਹਨੇ ਚੂਜ਼ ਕਰਿਆ ਤੇ ਜਾਂ ਫਿਰ ਕਿਹਨੂੰ ਕਰ ਲਿਆ, ਮਿਨੀਮਮ ਵਾਲੇ ਨੂੰ ਕਰ ਲਿਆ। ਤਾਂ ਇਸ ਦੀ ਜਿਹੜੀ ਐਗਜ਼ਾਮਪਲ ਹੈ, ਇਹ ਪੁੱਛ ਸਕਦੇ ਆ ਕਿ ਇੰਡਸਟਰੀਅਲ ਮੈਲੇਨਿਜ਼ਮ ਕਿਹਦੀ ਐਗਜ਼ਾਮਪਲ ਹੈ, ਇੰਡਸਟਰੀਅਲ ਮੈਲੇਨਿਜ਼ਮ ਐਗਜ਼ਾਮਪਲ ਹੈ ਡਾਇਰੈਕਸ਼ਨਲ ਜਾਂ ਫਿਰ ਪ੍ਰੋਗਰੈਸਿਵ ਸਿਲੈਕਸ਼ਨ ਦੀ, ਕਿਉਂਕਿ ਸਾਰੇ ਨੈਚੁਰਲ ਸਿਲੈਕਸ਼ਨ ਦੇ ਵਿੱਚ ਹੀ ਆ ਰਹੇ। DDT ਰੈਜ਼ਿਸਟੈਂਸ ਜਿਹੜੇ ਪੇਸਟ ਹੈਗੇ ਉਹ ਵੀ ਕਿਹਦੀ ਐਗਜ਼ਾਮਪਲ ਹੈ, ਡਾਇਰੈਕਸ਼ਨਲ ਜਾਂ ਫਿਰ ਪ੍ਰੋਗਰੈਸਿਵ ਸਿਲੈਕਸ਼ਨ ਦੀ। ਤਾਂ ਇਹਦੇ ਬਸ ਯਾਦ ਰੱਖਣ ਵਾਲੀਆਂ ਇਹ ਚੀਜ਼ਾਂ ਕਿ ਇੰਡਸਟਰੀਅਲ ਮੈਲੇਨਿਜ਼ਮ ਕਿਹਦੇ ਚ ਆਉਂਦਾ, ਡਾਇਰੈਕਸ਼ਨਲ ਪ੍ਰੋਗਰੈਸਿਵ ਸਿਲੈਕਸ਼ਨ ਵਿੱਚ, DDT ਰੈਜ਼ਿਸਟੈਂਸ ਕਿਹਦੇ ਚ ਆਉਂਦਾ, ਡਾਇਰੈਕਸ਼ਨਲ ਪ੍ਰੋਗਰੈਸਿਵ ਸਿਲੈਕਸ਼ਨ ਦੇ ਵਿੱਚ। ਨੈਕਸਟ ਆਪਣਾ ਡਿਸਰਪਟਿਵ ਸਿਲੈਕਸ਼ਨ। ਡਿਸਰਪਟਿਵ ਸਿਲੈਕਸ਼ਨ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਕੀ ਮਿਲੇਗਾ, ਡਿਸਰਪਟਿਵ ਸਿਲੈਕਸ਼ਨ ਦੇ ਵਿੱਚ ਦੇਖੋ ਇਸ ਦੇ ਵਿੱਚ ਕੀ ਆ, ਦੋਨੋਂ ਦੇ ਦੋਨੋਂ ਜਿਹੜੇ ਪੀਕ ਹੋਣਗੀਆਂ ਉਸ ਨੂੰ ਸਿਲੈਕਟ ਕਰਦੀ ਹੈ ਨੇਚਰ, ਔਰ ਬਾਕੀ ਨੂੰ ਕੀ ਕਰੇਗੀ, ਐਲੀਮੀਨੇਟ ਕਰ ਦੇਗੀ। ਤਾਂ ਆ ਜੋ ਆਪਣੇ ਕੋਲ ਦੋ ਪੀਕ ਪਈਆਂ ਹੋਈਆਂ, ਇਹ ਇੱਕ ਕਿਹੜੇ ਵਾਲੀਆਂ, ਇੱਕ ਮਿਨੀਮਮ ਜੋ ਸਮੋਲਰ ਵਾਲੀ, ਆ ਦੇਖੋ ਵਿੱਚ ਜਿਹੜਾ ਡਾਊਨ ਆਇਆ ਇਹ ਕਿਹਦਾ ਆਇਆ, ਮਿਡਲ ਵਾਲੇ ਦਾ। ਐਵਰੇਜ ਜਿਹੜਾ ਹੋਏਗਾ ਉਸ ਨੂੰ ਕੀ ਕਰਤਾ, ਐਲੀਮੀਨੇਟ, ਔਰ ਸਿਲੈਕਟ ਫਿਰ ਕਿਹਨੂੰ ਕਰਿਆ, ਦੂਸਰੀ ਵਾਲੀ ਐਕਸਟ੍ਰੀਮ ਨੂੰ ਜਿਹੜੀ ਮੈਕਸਿਮਮ ਵਾਲੀ ਹੈ। ਇਹ ਮੈਕਸਿਮਮ ਵਾਲੀ ਕਹਿ ਲਓ, ਆ ਕਿਹੜੇ ਵਾਲੀ ਹੈ, ਮਿਨੀਮਮ ਵਾਲੀ। ਮੈਕਸਿਮਮ ਤੇ ਮਿਨੀਮਮ ਨੇ ਕੀ ਕਰ ਲਿਆ, ਸਿਲੈਕਟ ਕਰ ਰਿਹਾ, ਔਰ ਜਿਹੜੀ ਦੂਸਰੇ ਵਾਲੀ ਹੈ ਮਿਡਲ ਵਾਲੀ ਉਸਨੂੰ ਕੀ ਕਰਤਾ, ਨਿਗਲੈਕਟ ਕਰਤਾ ਜਾਂ ਐਲੀਮੀਨੇਟ ਕਰਤਾ। ਤਾਂ ਇਸ ਟਾਈਪ ਦੀ ਜਿਹੜੀ ਹੋਏਗੀ ਕਿਹੜੀ ਵਾਲੀ, ਡਿਸਰਪਟਿਵ ਸਿਲੈਕਸ਼ਨ ਹੋਏਗੀ। ਤੇ ਕਾਰਨ ਕੀ, ਇੱਕ ਐਗਜ਼ਾਮਪਲ ਹੈ ਇਹਦੇ ਵਿੱਚ ਕਿ ਸਕੁਐਰਲ ਜਿਹੜੀ ਅਫਰੀਕਾ ਦੇ ਵਿੱਚ ਜਿਹੜੀਆਂ ਛੋਟੇ ਵਾਲੀਆਂ ਹੁੰਦੀਆਂ ਛਿਪਕਲੀਆਂ,
ਇਹਦੇ 'ਚ ਕੀ ਹੋਏਗਾ, ਲਾਰਜ ਸਾਈਜ਼ ਜਿਹੜੀ ਹੈਗੀ ਆ ਉਹ ਕੀ ਕਰ ਰਹੀ ਆ, ਲਾਰਜ ਸਾਈਜ਼ ਜਿਹੜੀ ਆ ਉਹ ਜ਼ਿਆਦਾ ਸਟਰੋਂਗ ਹੋਏਗੀ, ਲਾਰਜ ਸਾਈਜ਼ ਜਿਹੜੀ ਹੈ ਉਹ ਸਟਰੋਂਗ ਹੋਏਗੀ। ਤਾਂ ਉਸਨੇ ਕੀ ਕੀਤਾ, ਫਾਈਟਿੰਗ ਅਬਿਲਿਟੀਜ਼ ਹੋਣ ਕਰਕੇ ਕੀ ਕਰ ਲਿਆ, ਉਸਦੇ ਵਿੱਚ ਫਾਈਟਿੰਗ ਅਬਿਲਿਟੀਜ਼ ਆਉਣ ਕਰਕੇ ਉਹਨੇ ਸਰਵਾਈਵ ਕਰ ਲਿਆ, ਫਾਈਟਿੰਗ ਅਬਿਲਿਟੀਜ਼ ਜ਼ਿਆਦਾ ਹੋਣ ਕਰਕੇ ਉਸਨੇ ਕੀ ਕਰ ਲਿਆ, ਸਰਵਾਈਵ ਕਰ ਲਿਆ। ਤੇ ਜਿਹੜੀਆਂ ਬਿਲਕੁਲ ਸਮੋਲਰ ਹੋਣਗੀਆਂ, ਸਮੋਲਰ, ਉਸਨੇ ਕੀ ਕਰਿਆ, ਉਸਨੇ ਬੋਰੋ ਦੇ ਵਿੱਚ ਇਹ ਛੁਪਣ ਦਾ ਉਸਨੂੰ ਕੀ ਆ ਗਿਆ, ਢੰਗ ਆ ਗਿਆ, ਜਾਂ ਉਹਨਾਂ ਦੇ ਵਿੱਚ ਅਡੈਪਟਿਵ ਫੀਚਰ ਆ ਗਿਆ ਕਿ ਉਹਨਾਂ ਨੇ ਕੀ ਕਰਿਆ ਕਿ ਜਿਹੜੀ ਜ਼ਮੀਨ ਦੇ ਵਿੱਚ ਬੋਰੋਸ ਹੁੰਦੇ ਆ ਉਹਦੇ ਵਿੱਚ ਰਹਿਣਾ ਸ਼ੁਰੂ ਕਰਤਾ ਤਾਂ ਕਿ ਉਹ ਕੀ ਹੋ ਜਾਏ, ਪ੍ਰੀਡੇਟਰਸ ਤੋਂ ਬਚੇ ਰਹਿਣ, ਪ੍ਰੀਡੇਟਰਸ ਤੋਂ ਕੀ ਹੋਣ, ਉਹ ਪ੍ਰੀਡੇਟਰਸ ਤੋਂ ਸੇਫ ਰਹਿਣ। ਅਗਰ ਐਦਾਂ ਦਾ ਹੋਏਗਾ, ਸਮੋਲਰ ਵਾਲੇ ਵੀ ਕੀ ਹੋ ਗਏ, ਬਚ ਗਏ, ਕਿੱਦਾਂ, ਬੋਰੋ ਦੇ ਵਿੱਚ ਆਪਣੇ ਆਪ ਨੂੰ ਉਹਨਾਂ ਨੇ ਛੁਪਾ ਲਿਆ ਔਰ ਪ੍ਰੀਡੇਟਰ ਤੋਂ ਬਚ ਗਏ। ਤੇ ਲਾਰਜਰ ਵਾਲਿਆਂ ਨੇ ਕੀ ਕਰਿਆ, ਸਟਰੋਂਗ ਫਾਈਟ ਕਰੀ, ਉਹਨਾਂ ਦੇ ਵਿੱਚ ਅਬਿਲਿਟੀ ਹੋਣ ਕਰਕੇ ਸਟਰੋਂਗ ਸੀ, ਤਾਂ ਇਸ ਲਈ ਉਹਨੇ ਕੀ ਕਰਿਆ, ਆਪਣੇ ਜਿਹੜੇ ਕੰਪੀਟੈਂਟ ਹੈਗੇ ਉੱਥੋਂ ਦੇ ਉਹਨਾਂ ਦੇ ਨਾਲ ਫਾਈਟ ਕਰਨੀ ਸਿੱਖੀ ਔਰ ਫਾਈਟ ਕਰਕੇ ਕੀ ਕਰਿਆ, ਉਹਨਾਂ ਤੋਂ ਸਰਵਾਈਵ ਕਰਨਾ ਸਿੱਖ ਲਿਆ। ਤੇ ਲੇਕਿਨ ਜਿਹੜੇ ਮਿਡਲ ਸਾਈਜ਼ ਹੋਣਗੇ, ਐਵਰੇਜ ਸਾਈਜ਼ ਵਾਲੇ, ਨਾ ਤਾਂ ਫਾਈਟਿੰਗ ਉਹਨਾਂ ਦੀ ਕੈਪੇਬਿਲਿਟੀ ਆ ਪਾਈ, ਨਾ ਹੀ ਬੋਰੋ ਦੇ ਵਿੱਚ ਛੁਪ ਪਾਏ, ਤੇ ਇਸ ਲਈ ਕੀ ਹੋਇਆ, ਮਿਡਲ ਜਿਹੜੇ ਸਾਈਜ਼ਡ ਹੋਣਗੇ ਸਕੁਐਰਲ, ਮਿਡਲ ਸਾਈਜ਼ ਸਕੁਐਰਲ ਜਿਹੜੀਆਂ ਉਹ ਕੀ ਹੋ ਗਈਆਂ, ਉਹ ਲਿਮਿਨੇਟ ਹੋ ਗਈ, ਲਿਮਿਨੇਟ ਹੋ ਗਈ। ਇਸੇ एग्जांपल अपने को डिसरप्टिव सिलेक्शन दी। नेक्स्ट अपने को ह्यूमन एवोल्यूशन, लास्ट टॉपिक है इस चैप्टर का जो आप करना, ह्यूमन एवोल्यूशन। ह्यूमन एवोल्यूशन की जो आप गल करिए, ह्यूमन एवोल्यूशन किद्दां होई, किस तरह हुई, स्टार्ट कित्थों होया। तो सब तो पहला ह्यूमन कि ह्यूमन फाइलम केड़ा किस कैटागरी दे विच आंदा, तो ह्यूमन है कोडेट, ਜਿਹੜੇ ਰੀੜਧਾਰੀ ਜਿਹੜੇ ਜੀਵ ਹੋਣਗੇ ਉਹ ਕਿਹੜੇ ਹੋਣਗੇ, ਉਹਨੂੰ ਕੋਡੇਟ ਕਹਿੰਦੇ। ਸਬ ਫਾਈਲਮ ਵਰਟੇਬ੍ਰੇਟ, ਕਿਉਂਕਿ ਆਪਣੇ ਅੰਦਰ ਰੀੜਧਾਰੀ ਤਾਂ ਹਾਂ ਲੇਕਿਨ ਕੀ ਆ, ਵਰਟੇਬ੍ਰੇਟ ਆ। ਸਬ ਫਾਈਲਮ ਦੇ ਵਿੱਚ ਆਪਾਂ ਵਰਟੇਬ੍ਰੇਟ। ਕਲਾਸ ਕਿਹੜੀ ਆ ਆਪਣੀ, ਮਮੀਲੀਆ। ਸਬ ਕਲਾਸ ਯੂਥੇਰੀਆ। ਆਰਡਰ ਆਪਣਾ ਕਿਹੜਾ, ਪ੍ਰਾਈਮੇਟ। ਪ੍ਰਾਈਮੇਟ ਕਿਹੜੇ ਹੁੰਦੇ, ਜਿਨ੍ਹਾਂ ਮੈਂਸਟਰੂਅਲ ਸਾਈਕਲ ਚੱਲਦੇ ਆ ਤਾਂ ਉਸਨੂੰ ਆਪਾਂ ਕੀ ਕਹਿੰਦੇ ਆ, ਪ੍ਰਾਈਮੇਟਸ ਚ ਆਉਂਦੇ ਹੋ। ਸਬ ਆਰਡਰ ਕਿਹੜਾ, ਐਥਰੋਪੋਡੀਆ। और मेनली नैक्सट जी फैमिली अपनी होमिनोइड, और फैमिली अगे किहड़े वाली आ रही, सब सुपर फैमिली, और फैमिली होमिनिडिया, और जीनस होमो, स्पेसिस किहड़ी वाली है, सेपियन। ये सारी जी अपनी क्लास और ऑर्डर दे रखे सारी चीज़ किदा, ये इंपोर्टेंट अपना फाइलम, सब फाइलम, क्लास पूछ सकते हैं, ऑर्डर पूछ सकते हैं, सब ऑर्डर, उस तो बाद जीनस किहड़ी अपनी होमो, तो स्पेसिस किहड़ी है होमो सेपियन। जिन्ना तुसी याद रख लो रख लेना। फाइलम, सब फाइलम, वर्टेब्रेट, क्लास किहड़ी ममेलिया, सब क्लास यूथेरिया, ऑर्डर और सब ऑर्डर, आ चीज़ां याद कर लेनी। उस तो बाद जीनस ते स्पेसिस किहड़े वाली है, तो याद हो जाए, एक दो बार लर्न करोगे तो। नैक्सट अपनी च आपां गल करते प्राइमेट्स। प्राइमेट्स दो तरह के अपने को, एक किहड़े वाले है, प्रोजमियन, तो दूसरे वाले किहड़े है, एंथ्रोपोड। प्रोजमियन ਦੇ ਵਿੱਚ ਕਿਹੜੇ ਵਾਲੇ ਆਣਗੇ, ਲੋਅਰ ਪ੍ਰਾਈਮੇਟ ਹੋਣਗੇ, ਜਿੱਦਾਂ ਲੈਮੂਰ, ਲੋਰਿਸ। ਇਹ ਟੌਲਲੈਸ ਹੋਣ, ਟੇਲ ਇਹਨਾਂ ਦੀ ਟੇਲ ਨਹੀਂ ਹੋਏਗੀ, ਟੇਲਲੈਸ ਆ। ਤੇ ਦੂਸਰੇ ਵਾਲੇ ਆਪਣੇ ਕੋਲ ਕਿਹੜੇ ਹੈਗੇ, ਆਪਣੇ ਕੋਲ ਐਂਥ੍ਰੋਪੋਇਡ, ਮੌਂਕੀ, ਏਪਸ ਐਂਡ ਮੈਨ। ਇਹ ਸਾਰੇ ਆਪਾਂ ਕਿਹਦੇ ਚ ਆਉਂਦੇ ਆ, ਐਂਥ੍ਰੋਪੋਇਡ ਦੇ ਵਿੱਚ ਹੀ ਆਉਂਦੇ ਆ। ਤਾਂ ਐਂਥ੍ਰੋਪੋਇਡ ਆਪਾਂ ਅੱਗੇ ਕੈਟਾਗਰੀ ਕਰਕੇ ਆਏ, ਕਿਹੜੇ ਵਾਲੇ, ਸਬ ਆਰਡਰ ਕਿਹੜਾ ਆਪਣਾ, ਐਂਥ੍ਰੋਪੋਇਡ। ਮੌਂਕਿਸ ਦੇ ਵਿੱਚ ਜਿਹੜੇ ਵਾਲੇ ਇਹ ਆਪਣੇ ਕਿੰਨੇ ਹੈਗੇ ਟਿੱਥ ਦੇ ਰੱਖੇ ਆਪਣੇ ਕੋਲ, ਨਿਊ ਵਰਲਡ ਮੌਂਕੀ ਜਿਹੜੇ ਹੈਗੇ ਫਲੈਟ ਨੋਜ਼ ਹੋਣਗੇ, ਤੇ ਕਿੰਨਾ ਟਿੱਥ ਉਹਨਾਂ ਦੇ ਵਿੱਚ 36 ਟਿੱਥ ਆ। ਔਰ ਇਹਦੇ ਵਿੱਚ ਆਪਣੇ ਕੋਲ ਕੀ ਮਿਲਣਗੇ, ਨੋ ਮੈਂਸਟਰੂਅਲ ਸਾਈਕਲ ਇਨ ਫੀਮੇਲ, ਐਗਜ਼ਾਮਪਲ ਸਪਾਈਡਰ ਮੌਂਕੀ।
ਔਰ ਇਹਦੇ ਵਿੱਚ ਜਿਹੜੇ 올ਡ ਵਰਲਡ ਮੌਂਕੀ ਹੈਗੇ ਆ ਉਹਨਾਂ ਦੇ ਵਿੱਚ ਕਿੰਨੇ ਹੈਗੇ ਟਿੱਥ 32 ਟਿੱਥ ਆ। ਇਹ ਜਿਹੜੇ ਹੋਣ ਵਾਲੇ ਆ ਨਿਊ ਵਰਲਡ ਮੌਂਕੀ ਜਿਹੜੇ, ਲੇਕਿਨ ਜਿਹੜੇ 올ਡ ਵਰਲਡ ਮੌਂਕੀ ਸੀ ਉਹਨਾਂ ਦੇ ਕਿੰਨੇ ਟਿੱਥ ਸੀਗੇ 32 ਟਿੱਥ ਸੀ। ਔਰ ਇਹਨਾਂ ਦੇ ਜਿਹੜੇ ਹੈਗੇ ਆਪਣੇ ਕੋਲ ਮੈਂਸਟਰੁਅਲ ਸਾਈਕਲ ਜਿਹੜੇ ਫੀਮੇਲ ਦੇ ਵਿੱਚ ਪ੍ਰੈਜ਼ੈਂਟ ਸੀ। ਔਰ ਇਹ ਕਿਹੜੇ ਵਾਲੇ ਹੈਗੇ ਰੈਜ਼ਸ ਤੇ ਬੈਬੂਨ। एग्जाम्पल दे रखे हैं रैजस ਤੇ ਬੈਬੂਨ। ਇਹ 올ਡ ਵਰਲਡ ਮੌਂਕੀ ਹੈ ਤੇ ਦੂਸਰੇ ਵਾਲੇ ਕਿਹੜੇ ਆਪਣੇ ਕੋਲ ਨਿਊ ਵਰਲਡ ਮੌਂਕੀ ਜਿਹੜੇ ਆ ਉਹ ਕਿਹੜੇ ਵਾਲੇ ਸਪਾਈਡਰ ਮੌਂਕੀ, ਜਿਨ੍ਹਾਂ ਦੇ ਵਿੱਚ ਜਿਹੜੀ ਫੀਮੇਲ ਹੈ ਉਹਨਾਂ ਦੇ ਵਿੱਚ ਮੈਂਸਟਰੁਅਲ ਸਾਈਕਲ ਨਹੀਂ ਹੈ, ਫਲੈਟ ਨੋਜ਼ ਹੈ ਔਰ ਕਿੰਨੇ ਹੈਗੇ ਇਹਨਾਂ ਦੇ 36 ਟੀਥ ਹੋਣਗੇ। ਐਪ ਦੇ ਵਿੱਚ ਕੀ ਹੋਣਗੇ ਸਮਾਲ ਸਾਈਜ਼ਡ ਐਪ ਔਰ ਲਾਰਜ ਸਾਈਜ਼ਡ ਐਪ ਆ ਜਾਣਗੇ। ਤਾਂ ਆਪਣੀ ਮੋਸਟਲੀ ਜਿਹੜੀ ਅਗਰ ਐਵੋਲੂਸ਼ਨ ਦੇਖਦੇ ਆ ਤਾਂ ਇਹਨਾਂ ਐਪਸ ਦੇ ਨਾਲ ਹੀ ਮੇਲ ਖਾਂਦੀ ਹੈ। ਐਪ ਐਂਡ ਹਿਊਮਨ ਆਪਸ ਵਿੱਚ ਬਹੁਤ ਜ਼ਿਆਦਾ ਸਿਮਿਲਰ ਰਹਿੰਦੇ ਆ ਜੈਨੇਟਿਕਲੀ ਵੀ। ਓਕੇ, ਤਾਂ ਨੈਕਸਟ ਸਮਾਲ ਸਾਈਜ਼ਡ ਐਪ ਦੇ ਵਿੱਚ ਗਿਬਨ ਔਰ ਲਾਰਜ ਸਾਈਜ਼ ਜਿਹੜੇ ਜਾਂ ਗ੍ਰੇਟ ਐਪਸ ਦੇ ਵਿੱਚ ਆਣਗੇ ਔਰੰਗਟਨ, ਚਿੰਪੈਂਜੀ ਔਰ ਗੋਰਿਲਾ। ਤਾਂ ਮੋਸਟਲੀ ਅਗਰ ਆਪਣਾ ਦੇਖਦੇ ਹਾਂ ਹਿਊਮਨ ਜੀਨੋਮ ਜਿਹੜਾ ਰਲਦਾ ਉਹ ਕਿਹਦੇ ਨਾਲ ਰਲਦਾ ਆਪਣਾ ਚਿੰਪੈਂਜੀਸ ਦੇ ਨਾਲ ਜ਼ਿਆਦਾ ਮੇਲ ਖਾਏਗਾ। ਤਾਂ ਦੇਖਦੇ ਹਾਂ ਏਪਸ ਔਰ ਹਿਊਮਨ ਦੇ ਵਿੱਚ ਕਿਹੜੀ ਵਾਲੀ ਚੀਜ਼ਾਂ ਜਿਹੜੀਆਂ ਹੈਗੀਆਂ ਸਿਮਿਲਰ ਹੈ। ਸੈਮੀ ਇਰੈਕਟ ਪੋਸਚਰ ਐਂਡ ਕੁਆਡਰੀਪੈਡਲ ਲੋਕੋਮੋਸ਼ਨ। ਕੁਆਡਰੀਪੈਡਲ ਕੀ ਹੁੰਦਾ ਕਿ ਚਾਰਾਂ ਲੱਤਾਂ ਤੇ ਇਹ ਕੀ ਕਰਦੇ ਆ ਇਹ ਮੂਵ ਕਰਦੇ ਆ। ਸੈਮੀ ਇਰੈਕਟ ਪੋਸਚਰ ਐਂਡ ਕੁਆਡਰੀਪੈਡਲ ਲੋਕੋਮੋਸ਼ਨ। ਕੰਪਲੀਟ ਇਰੈਕਟ ਇਹ ਆਪਾਂ ਬਿਲਕੁਲ ਸਿੱਧੇ ਹੋ ਗਏ ਆ ਪੋਸਚਰ ਦੇ ਵਿੱਚ। ਹਿਊਮਨ ਜਿਹੜੇ ਹੈਗੇ ਬਾਈਪੈਡਲ ਦੋ ਲੱਤਾਂ ਤੇ ਚੱਲਣਾ ਸ਼ੁਰੂ ਕਰਤਾ ਆਪਾਂ। ਥਿਕ ਗਰੋਥ ਆਫ ਹੇਅਰ ਔਨ ਹੋਲ ਬੋਡੀ, ਪੂਰੀ ਬੋਡੀ ਤੇ ਕੀ ਹੈਗਾ ਉਹਨਾਂ ਦੇ ਹੇਅਰ ਆ। ਤਾਂ ਆਪਣੇ ਬੋਡੀ ਕਿੱਥੇ ਹੈਗੀ ਆ ਇਕੱਲੇ ਵੈਸਟੀਜੀਅਲ ਆਰਗਨ ਤੇ ਆ ਬੋਡੀ ਹੇਅਰ ਵਰਟੀਜੀਅਲ। ਨੈਕਸਟ ਆਪਣੇ ਕੋਲ ਆ ਗਿਆ ਲੈਸ ਕ੍ਰੇਨੀਅਲ ਕੈਪੈਸਿਟੀ। ਉਹਨਾਂ ਦੀ ਜਿਹੜੀ ਸੋਚਣ ਦੀ ਜਾਂ ਇੰਟੈਲੈਕਚੁਅਲ ਜਿਹੜੀ ਉਹਨਾਂ ਦੀ ਬਹੁਤ ਘੱਟ ਹੈ, ਮੈਂਟਲੀ ਜਿਹੜੀ ਪਾਵਰ ਬਹੁਤ ਘੱਟ ਹੈ, ਲੈਸ ਇੰਟੈਲੀਜੈਂਟ ਹੈ। ਲੇਕਿਨ ਆਪਣੇ ਜਿਹੜੇ ਹਿਊਮਨ ਹੈਗੇ ਮੋਰ ਕ੍ਰੇਨੀਅਲ ਕੈਪੈਸਿਟੀ। ਇਹ ਕ੍ਰੇਨੀਅਲ ਕੈਪੈਸਿਟੀ ਹੀ ਇੰਟੈਲੀਜੈਂਸੀ ਨੂੰ ਮੈਜ਼ਰ ਕਰਦੀ ਹੈ ਕਿ ਕਿੰਨੇ ਜ਼ਿਆਦਾ ਕਿਸੇ ਦੇ ਵਿੱਚ ਡਿਵੈਲਪਮੈਂਟ ਹੋਈ ਹੋਏਗੀ ਬ੍ਰੇਨ ਦੀ। ਤਾਂ 1300 ਤੋਂ 1600 ਸੀਸੀ ਐਂਡ ਮੋਰ ਇੰਟੈਲੀਜੈਂਟ ਵੀ ਹੈਗੇ ਆ ਆਪਣੇ ਜਿਹੜੀ ਹਿਊਮਨ ਦੀ ਗੱਲ ਕਰਦੇ। ਤਾਂ ਫੋਰ ਲਿੰਬ ਲੌਂਗਰ ਦੈਨ ਹਿੰਡ ਲਿੰਬ। ਅਗਲੀਆਂ ਲੱਤਾਂ ਕੀ ਹੋਣਗੀਆਂ ਉਹਨਾਂ ਜ਼ਿਆਦਾ ਲੰਮੀਆਂ ਪਿਛਲੀਆਂ ਨਾਲੋਂ। ਤਾਂ ਆਪਣੇ ਕੀ ਹੈ ਫੋਰ ਲਿੰਬ ਸ਼ੋਰਟਰ ਦੈਨ ਹਿੰਡ ਲਿੰਬ। ਤਾਂ ਹਿੰਡ ਲਿੰਬ ਨਾਲੋਂ ਆਪਣੀ ਜਿਹੜੀਆਂ ਫੋਰ ਲਿੰਬ ਹੈ ਜੋ ਛੋਟੀਆਂ। ਜਿੱਦਾਂ ਆਪਣੇ ਬਾਹਾਂ ਦੀ ਗੱਲ ਕਰਦੇ ਤਾਂ ਆਪਣੀਆਂ ਸਮੋਲਰ ਹੈ ਦੈਨ ਲੈਗਸ। ਯੂ ਸ਼ੇਪ jaw and chin absent, the semicircular jaw and chin present. Thumb is parallel to palm and thumb is opposable. ਇਹਨਾਂ ਦੇ ਵਿੱਚ ਕੁਝ ਨਹੀਂ ਆਉਣ ਵਾਲਾ, ਸਿਰਫ ਕ੍ਰੇਨੀਅਲ ਕੈਪੈਸਿਟੀ ਪੁੱਛ ਸਕਦੇ ਆ ਬਸ। ਇਸ ਤੋਂ ਇਲਾਵਾ ਨੈਕਸਟ ਜੋ ਹੈ ਕੁਐਸਚਨ ਜਿਹੜਾ ਬਣ ਸਕਦਾ ਉਹ ਬਣੇਗਾ ਐਵੀਡੈਂਸ ਫਾਰ ਅ ਕਾਮਨ origin ਆਫ ਹਿਊਮਨ ਐਂਡ ਏਪਸ। ਇਹਨਾਂ ਦੇ ਜਿਹੜਾ ਕਾਮਨ ਜਿਹੜਾ ਐਵੀਡੈਂਸ ਕਿੱਥੋਂ ਆਪਾਂ ਨੂੰ ਮਿਲਦਾ। ਸਭ ਤੋਂ ਪਹਿਲਾਂ ਬੈਂਡਿੰਗ ਪੈਟਰਨ ਜਿਹੜਾ ਕ੍ਰੋਮੋਸੋਮ 3 ਤੇ 6 ਉਹ ਚਿੰਪੈਂਜੀ ਐਂਡ ਹਿਊਮਨ ਦੇ ਵਿੱਚ ਸਿਮਿਲਰ ਹੈ। 3 ਤੇ 6 ਨੰਬਰ ਜਿਹੜੇ ਕ੍ਰੋਮੋਸੋਮ ਹੈ ਉਹਨਾਂ ਦੇ ਜੋ ਬੈਂਡਿੰਗ ਪੈਟਰਨ ਉਹ ਸਿਮਿਲਰ ਹੈਗਾ ਹਿਊਮਨ ਐਂਡ ਚਿੰਪੈਂਜੀ ਦੇ ਵਿੱਚ 100% ਇੱਕ ਦੂਜੇ ਨਾਲ ਮੇਲ ਖਾ ਰਿਹਾ। ਔਰ ਨੰਬਰ ਆਫ ਜਿਹੜੇ ਹਿਊਮਨ ਐਂਡ ਐਪਸ ਦੇ ਵਿੱਚ ਜਿਹੜੇ ਕ੍ਰੋਮੋਸੋਮ ਨੰਬਰ ਉਹ ਵੀ ਕੀ ਹੈਗੇ ਆ ਅਪਰੋਕਸ ਸੇਮ ਹੈ। ਹਿਊਮਨ ਦੇ ਵਿੱਚ 46 ਤੇ ਜਿਹੜੇ ਐਪਸ ਦੇ ਵਿੱਚ ਕਿੰਨੇ ਆ 48 ਹੈ। ਤਾਂ ਡੀਐਨਏ ਕੰਟੈਂਟ ਆਪਣਾ 99% ਚਿੰਪੈਂਜੀ ਦੇ ਨਾਲ ਮੇਲ ਖਾਂਦਾ ਔਰ 94 ਕਿਹਦੇ ਨਾਲ ਖਾ ਰਿਹਾ ਗਿਬਨ ਦੇ ਨਾਲ ਔਰ 88% ਰੈਜ਼ਸ ਦੇ ਨਾਲ। ਰੈਜ਼ਸ ਮੌਂਕੀ ਕਿਹਦੇ ਵਿੱਚ ਆਏ ਸੀ ਆਪਾਂ ਕਰਿਆ ਜਿਹੜੇ 올ਡ ਵਰਲਡ ਮੌਂਕੀ ਹੈ ਜਿਨ੍ਹਾਂ ਦੇ ਵਿੱਚ 32 ਟਿੱਥ ਹੈ ਔਰ ਡ੍ਰੌਪ ਨੋਜ਼। ਔਰ ਜਿਹੜੀ ਸਕਲ ਹੈਗੀ ਹੈ ਬੇਬੀ ਚਿੰਪੈਂਜੀ ਦੀ, ਸਕਲ ਆਫ ਬੇਬੀ ਚਿੰਪੈਂਜੀ ਦੀ ਕੀ ਕਰਦੀ ਆ ਹਿਊਮਨ ਅਡਲਟ ਹਿਊਮਨ ਦੇ ਨਾਲ ਰਿਸੈਂਬਲ ਕਰਦੀ ਹੈ। ਸਿਰਫ ਬੇਬੀ ਚਿੰਪੈਂਜੀ ਜਿਹੜਾ ਉਹਦੀ ਜਿਹੜੀ ਸਕਿਨ ਜਿਹੜੀ ਸਕਲ ਹੈ ਉਹ ਅਡਲਟ ਹਿਊਮਨ ਦੀ ਸਕਲ ਦੇ ਨਾਲ ਰਿਸੈਂਬਲ ਕਰਦੀ ਹੈ। ਅਡਲਟ ਚਿੰਪੈਂਜੀ ਨਹੀਂ ਆਪਾਂ ਕਹਿਣਾ, ਜੋ ਬੇਬੀ ਹੈ ਚਿੰਪੈਂਜੀ ਦਾ ਉਹਦੀ ਜਿਹੜੀ ਸਕਲ ਹੋਏਗੀ ਉਹ ਜ਼ਿਆਦਾ ਕੀ ਕਰੇਗੀ ਰਿਸੈਂਬਲ ਕਰ ਰਹੀ ਹੈ। ਔਰ HB ਦੀ ਕੰਪੋਜੀਸ਼ਨ ਸੇਮ ਹੈ ਦੋਨੋਂ ਦੇ ਵਿੱਚ। ਓਨਲੀ ਵਨ ਅਮੀਨੋ ਐਸਿਡ ਡਿਫਰੈਂਟ ਇਨ ਅ ਹਿਊਮਨ ਐਂਡ ਗੋਰਿਲਾ। ਗੋਰਿਲਾ ਐਂਡ ਹਿਊਮਨ ਦੇ ਵਿੱਚ ਕੀ ਹੈ ਇੱਕ ਅਮੀਨੋ ਐਸਿਡ ਦਾ ਚੇਂਜ ਹੈ, ਬਾਕੀ ਜਿਹੜੀ ਕੰਪੋਜੀਸ਼ਨ ਹੈਗੀ ਉਹ ਕੀ ਹੈਗੀ ਦੋਨੋਂ ਦੇ ਵਿੱਚ ਸੇਮ ਹੈਗੀ ਹੈ ਐਪਸ ਦੇ ਵਿੱਚ। ਤਾਂ ਬਲੱਡ ਗਰੁੱਪ AB ਸੀਰੀਜ਼ ਇਜ਼ ਪ੍ਰੈਜ਼ੈਂਟ ਇਨ ਬੋਥ ਐਂਡ ਪਲਾਜ਼ਮਾ ਪ੍ਰੋਟੀਨ ਆਲਸੋ ਸੇਮ। AB ਟਾਈਪ ਦੇ ਜਿਹੜੇ ਬਲੱਡ ਗਰੁੱਪ ਉਹਨਾਂ ਦੇ ਵਿੱਚ ਵੀ ਹੈ। ਮੈਂਸਟਰੁਅਲ ਸਾਈਕਲ ਇਜ਼ ਪ੍ਰੈਜ਼ੈਂਟ ਇਨ ਅ ਫੀਮੇਲ ਆਫ ਬੋਥ। ਐਪਸ
ਐਂਡ ਜਿਹੜੇ ਮੈਨ ਆ ਦੋਨੋਂ ਦੇ ਜਿਹੜੇ ਫੀਮੇਲ ਹੈਗੇ ਆ ਇਹਨਾਂ ਦੇ ਵਿੱਚ ਕੀ ਹੈਗੇ ਆ ਮੈਂਸਟਰੁਅਲ ਸਾਈਕਲ ਪ੍ਰੈਜ਼ੈਂਟ। ਨੈਕਸਟ ਹੈ ਆਪਣੇ ਕੋਲ ਹਿਊਮਨ ਦੀ ਜੋ ਐਵੋਲਿਊਸ਼ਨ ਜਿਹੜੀ ਹੋਈ ਆ, ਐਵੋਲਿਊਸ਼ਨ ਕਿੱਥੋਂ ਸਟਾਰਟ ਹੋਈ ਸੀ? ਐਪਸ ਫੋਸਿਲ ਜੋ ਮਿਲੇ ਆ ਉਹ ਕਿੰਨੇ ਹੈ ਲਗਭਗ 15 ਮਿਲੀਅਨ ਈਅਰਸ ਅਗੋ ਆ। ਦੋ ਤਰ੍ਹਾਂ ਦੇ ਆਪਾਂ ਨੂੰ ਮਿਲੇ ਆ ਆਪਣੇ ਕੋਲ, ਡਰਾਇਓਪੀਥੀਕਸ, ਇੱਕ ਕਿਹੜੀ ਹੈ ਰੈਮੋਐਪੀਥੀਕਸ। ਤਾਂ ਇਹ ਦੋ ਤਰ੍ਹਾਂ ਦੇ ਆ ਜਿਹੜੇ ਡਰਾਇਓਪੀਥੀਕਸ ਜਿਹੜੇ ਆ ਇਹ ਕਿਹਦੇ ਨਾਲ, ਇਹ ਏਪਸ ਨਾਲ ਜ਼ਿਆਦਾ ਮੇਲ ਖਾਂਦੇ, ਤੇ ਜਿਹੜੇ ਰੈਮੋਐਪੀਥੀਕਸ ਆ ਇਹ ਕਿਹਦੇ ਨਾਲ ਖਾਂਦੇ ਆ, ਇਹ ਹਿਊਮਨਸ ਦੇ ਨਾਲ ਮੇਲ ਖਾਂਦੇ। ਤਾਂ ਅਗਰ ਪੁੱਛ ਲੈਣ ਤਾਂ ਜਿਹੜੇ ਅਗਰ ਆਪਾਂ ਐਂਸੈਸਟਰ ਦੀ ਗੱਲ ਕਰਦੇ ਆ ਜਾਂ ਸੈਂਪਲ ਜਿਹੜੇ ਕਰਦੇ ਡਰਾਇਓਪੀਥੀਕਸ ਜਿਹੜੇ ਆ ਉਹ ਕਿਹਦੇ ਨਾਲ ਕਰਦੇ, ਏਪਸ ਲਾਈਕ ਜ਼ਿਆਦਾ, ਤੇ ਰੈਮੋਐਪੀਥੀਕਸ ਕਿਹਦੇ ਨਾਲ ਆ, ਹਿਊਮਨਸ ਦੇ ਨਾਲ। ਤਾਂ ਆਪਾਂ ਪੜ੍ਹਦੇ ਆ ਡਰਾਇਓਪੀਥੀਕਸ ਜਾਂ ਫਿਰ ਪ੍ਰੋਕੌਂਸਲ ਕਹਿੰਦੇ ਆਪਾਂ ਨੂੰ, ਇਹ ਕਿਹੜੇ ਕਾਮਨ ਐਂਸੈਸਟਰ ਹੈਗੇ ਆ ਹਿਊਮਨ ਐਂਡ ਮੈਨ ਐਂਡ ਐਪਸ ਦੇ। ਤੇ ਸੈਮੀ ਇਰੈਕਟ ਪੋਸਚਰ ਸੀ ਇਹਨਾਂ ਦਾ। ਬਸ ਇੰਨਾ ਹੀ ਕਰਨਾ, ਜ਼ਿਆਦਾ ਡੀਪ ਚ ਜਾਣ ਦੀ ਤਾਂ ਆਪਾਂ ਨਹੀਂ ਕੋਸ਼ਿਸ਼ ਕਰਨੀ। ਬਸ ਡਰਾਇਓਪੀਥੀਕਸ ਕਾਮਨ ਐਂਸੈਸਟਰ ਹੈਗੇ ਮੈਨ ਐਂਡ ਐਪਸ ਦੇ, ਤੇ ਸੈਮੀ ਇਰੈਕਟ ਪੋਸਚਰ ਹੈ, ਇਹ ਬਿਲਕੁਲ ਸਿੱਧੇ ਨਹੀਂ ਖੜੇ ਹੋ ਸਕਦੇ ਸੀ। ਤੇ ਦੇ ਵਾਕਡ ਔਨ 4 leg and their forelimbs were longer than hind limb and they were forest dwellers and spent most of the time on the trees। ਇਹ ਜ਼ਿਆਦਾਤਰ ਦਰਖਤਾਂ ਦੇ ਉੱਪਰ ਹੀ ਰਹਿੰਦੇ ਸੀ। ਤੇ ਨੈਕਸਟ ਹੈ ਰੈਮੋਐਪੀਥੀਕਸ, ਔਰ ਇਸਦਾ ਨਾਮ ਦੂਸਰੇ ਵਾਲਾ ਸ਼ਿਵਾਪੀਥੀਕਸ। ਤਾਂ ਇਹ ਕਿਹੜੇ ਰੈਮੋਐਪੀਥੀਕਸ ਵਾਸ ਮੋਰ ਮੈਨ ਲਾਈਕ ਵਾਈਲ ਡਰਾਇਓਪੀਥੀਕਸ ਵਾਸ ਮੋਰ ਐਪ ਲਾਈਕ। ਅਗਰ ਪੁੱਛਦੇ ਕਿ ਇਹਨਾਂ ਵਿੱਚੋਂ ਕਿਹੜੇ ਵਾਲਾ ਜ਼ਿਆਦਾ ਹਿਊਮਨ ਦੇ ਨਾਲ ਮੇਲ ਖਾਂਦਾ ਤੇ ਕਿਹੜੇ ਵਾਲਾ ਸੀ, ਰੈਮੋਐਪੀਥੀਕਸ। ਦੂਸਰੇ ਵਾਲਾ ਜਿਹੜਾ ਉਹ ਕਿਹਨਾਂ ਨਾਲ ਮੇਲ ਖਾ ਰਿਹਾ ਜ਼ਿਆਦਾ, ਉਹ ਖਾ ਰਿਹਾ ਏਪਸ ਦੇ ਨਾਲ ਜ਼ਿਆਦਾ ਮਿਲਦਾ ਹੈਗਾ। ਤਾਂ ਨੈਕਸਟ ਆਪਣੇ ਕੋਲ ਜਿੱਦਾਂ ਦਾ ਟਾਈਮ ਪਾਸ ਹੁੰਦਾ ਹੈ, ਇਹ 15 ਮਿਲੀਅਨ ਈਅਰ ਅਗੋ ਦੀ ਗੱਲ ਕਰੀਏ। ਨੈਕਸਟ ਆਪਾਂ ਗੱਲ ਕਰਦੇ ਹਾਂ 2 ਮਿਲੀਅਨ ਈਅਰ ਅਗੋ, ਉਸ ਤੋਂ ਬਹੁਤ ਸਮੇਂ ਬਾਅਦ ਦੀ ਗੱਲ ਹੈ कि 2 मिलियन ईयर को ਨੈਕਸਟ ਵਾਲੇ ਐਪਮੈਨ ਫੋਸਿਲਸ ਜਿਸ ਨੂੰ ਨਾਮ ਦਿੱਤਾ ਸੀ ਐਸਟਰਲੋਪੀਥੀਕਸ ਜਾਂ ਐਸਟਰਲੋਪੀਥੀਕਸ ਜਿਹੜੇ ਆ ਇਹ ਮਿਲੇ ਕਿੱਥੋਂ ਸੀਗੇ? ਇਹ ਮਿਲੇ ਸੀ ਆਪਾਂ ਨੂੰ ਅਫਰੀਕਾ ਦੇ ਜਿਹੜੇ ਪੈਲੇਸੀਨ ਰੌਕ ਹੈਗੇ ਸੀ ਟੋਂਗ, ਸਾਊਥ ਅਫਰੀਕਾ ਦੇ ਰੀਜਨ, ਤੇ ਇਸ ਲਈ ਉਹਨਾਂ ਨੂੰ ਨਾਮ ਦਿੱਤਾ ਸੀ ਟੋਂਗ ਬੇਬੀ। ਟੋਂਗ ਬੇਬੀ ਇਹ ਵੀ ਪੁੱਛ ਸਕਦੇ ਟੋਂਗ ਬੇਬੀ ਕਿਹਦੇ ਨਾਲ ਰਿਲੇਟਡ ਹੈ, ਤਾਂ ਉਹ ਹੈਗਾ ਆਸਟਰਲੋਪੀਥੀਕਸ ਦੇ ਨਾਲ ਰਿਲੇਟਡ ਹੈ। ਔਰ ਇਸ ਦੇ ਜਿਹੜੇ ਕਰੈਕਟਰ ਸੀਗੇ ਇਹਦੇ ਵਿੱਚ ਕਿਹੜੇ ਕਿਹੜੇ ਵਾਲੇ ਮਿਲੇ ਆਪਾਂ ਨੂੰ, ਐਪ ਲਾਈਕ ਜਿਹੜੇ ਇਹਦੇ ਚ ਕਰੈਕਟਰ ਸੀ, ਕਿਉਂਕਿ ਫੋਸਿਲਸ ਮਿਲੇ ਆ ਇਸ ਦੇ ਕੁਝ ਫੋਸਿਲਸ ਐਪ ਲਾਈਕ ਸੀ ਔਰ ਕੁਝ ਫੋਸਿਲਸ ਜਿਹੜੇ ਆ ਉਹ ਮੈਨ ਨਾਲ ਵੀ ਇਹਨਾਂ ਦੇ ਕਰੈਕਟਰ ਮਿਲਦੇ ਸੀ। ਤੇ ਇਸ ਲਈ ਇੱਥੇ ਆਪਾਂ ਦੇਖਦੇ ਹਾਂ ਕਿ ਐਪ ਲਾਈਕ ਕਰੈਕਟਰ ਕਿਹੜੇ ਵਾਲੇ ਆ। ਇਹਨਾਂ ਦੀ ਲੈਸ ਕ੍ਰੇਨੀਅਲ ਕੈਪੈਸਿਟੀ ਕੀ ਹੈ, ਲੈਸ ਕਿੰਨੀ ਹੈ 600 cc, ਥਿਕ ਗਰੋਥ ਆਫ ਹੇਅਰ, ਯੂ ਸ਼ੇਪ ਜਾ ਹੈਗਾ ਇਹਨਾਂ ਦਾ, ਲਾਰਜਰ ਐਂਡ ਸ਼ਾਰਪਰ ਟਿਥ ਹੈਗੇ ਇਹਨਾਂ ਦੇ। ਫਿਰ ਕੰਪਲੀਟ ਅਗਰ ਮੈਨ ਲਾਈਕ ਦੇਖਦੇ ਹਾਂ ਤੇ ਕੰਪਲੀਟ ਇਰੈਕਟ ਪੋਸਚਰ, ਕਿ ਇਹਨਾਂ ਦੇ ਵਿੱਚ ਕੀ ਆ ਗਿਆ, ਜੋ ਆਪਣੇ ਕੋਲ ਐਪਮੈਨ ਫੋਸਿਲਸ ਮਿਲੇ ਆ ਐਸਟਰਲੋਪੀਥੀਕਸ, ਉਹ ਕੀ ਹੋ ਰਿਹਾ ਕੰਪਲੀਟਲੀ ਇਰੈਕਟ ਪੋਸਚਰ ਸੀ, ਬਾਈਪੈਡਲ ਸੀ, ਦੋਨੋਂ ਪੈਰਾਂ ਤੇ ਤੁਰਨ ਵਾਲੇ ਸੀ, ਔਰ ਫਸਟ ਮੈਨ ਹੈਗੇ ਜਿਹੜੇ ਹੂ ਸਟੂਡ ਇਰੈਕਟ। ਅਗਰ ਪੁੱਛ ਲੈਂਦੇ ਤਾਂ ਐਸਟਰਲੋਪੀਥੀਕਸ ਪਹਿਲਾਂ ਇਦਾਂ ਦਾ ਸੀ ਜਿਹੜਾ ਬੰਦਿਆਂ ਦੀ ਤਰ੍ਹਾਂ ਉਹਨੇ ਬਿਲਕੁਲ ਇਰੈਕਟ ਹੋ ਕੇ ਦੋਨੋਂ ਪੈਰਾਂ ਤੇ ਤੁਰਨਾ ਸ਼ੁਰੂ ਕਰਿਆ ਸੀ। ਤਾਂ ਉਹਨਾਂ ਦੇ ਫੋਸਿਲਸ ਤੋਂ ਇਹ ਚੀਜ਼ਾਂ ਪਤਾ ਚੱਲਦੀਆਂ। ਫੋਰ ਲਿੰਬ ਇਹਨਾਂ ਦੇ ਸ਼ੋਰਟਰ ਸੀ ਐਂਡ ਹਿੰਡ ਲਿੰਬ ਕੀ ਹੈ, ਜਿੱਦਾਂ ਹਿਊਮਨ ਦੇ ਵਿੱਚ ਅਗਲੇ ਬਾਹਾਂ ਜਿਹੜੀਆਂ ਛੋਟੀਆਂ ਹੁੰਦੀਆਂ, ਲੱਤਾਂ ਲੰਮੀਆਂ ਹੁੰਦੀਆਂ, ਤਾਂ ਉਹ ਬਿਲਕੁਲ ਕਰੈਕਟਰ ਐਸਟਰਲੋਪੀਥੀਕਸ ਦੇ ਨਾਲ ਮੇਲ ਖਾਂਦੀ ਸੀ। ਵਰਟੇਬਰਲ ਕੋਲਮ ਦ ਡਿਸਟਿੰਕਟ ਲਿਊਮਰ ਕਰਵ, ਤਾਂ ਵਰਟੇਬਰਲ ਕੋਲਮ ਜਿਹੜੀ ਹੈ ਉਹ ਵੀ ਸਿਮਿਲਰ ਹੀ ਸੀ ਜਿਵੇਂ ਕਿ ਹਿਊਮਨ ਦੇ ਵਿੱਚ ਹੁੰਦੀ ਹੈ। ਨੈਕਸਟ ਆਪਣੇ ਕੋਲ ਪ੍ਰੀ ਹਿਸਟੋਰਿਕ ਮੈਨ। ਹੁਣ ਮੈਨ ਦੀ ਆਪਾਂ ਸਟੋਰੀ ਚੱਲਦੇ ਆ, ਇਹ ਤਾਂ ਹੁਣ ਤੱਕ ਉੱਪਰ ਜਿਹੜੇ ਇਹ ਮੈਨ ਫੋਸਿਲਸ। ਹੁਣ ਪ੍ਰੀ ਹਿਸਟੋਰਿਕ ਮੈਨ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਹੋਮੋ ਹੈਬਿਲਸ। ਇਹ ਹਿਊਮਨ ਦੇ ਜਿਹੜੇ ਪ੍ਰੀ ਹਿਸਟੋਰਿਕ ਮੈਨ ਜੋ ਪਹਿਲਾਂ ਦਾ ਇਨਸਾਨ ਸੀ ਉਹ ਕਿਵੇਂ ਦਾ ਸੀ, ਹੋਮੋ ਹੈਬਿਲਸ ਇਹ ਫਸਟ ਹਿਊਮਨ ਲਾਈਕ ਬੀਇੰਗ ਸੀਗਾ ਜਿਹੜਾ ਬੰਦਾ ਦੀ ਤਰ੍ਹਾਂ ਦਿਖਣ ਵਾਲਾ ਸੀ। ਜਿਹੜੇ ਉੱਪਰ ਕਰਕੇ ਆਏ ਉਹਨਾਂ ਦੇ ਵਿੱਚ ਦੋਨੋਂ ਤਰ੍ਹਾਂ ਦੇ ਫੀਚਰ ਸੀ, ਐਪ ਲਾਈਕ ਵੀ ਸੀ ਔਰ ਹਿਊਮਨ ਲਾਈਕ ਵੀ। ਔਰ ਹਿਊਮਨ ਵਾਲੇ ਕਰੈਕਟਰ ਫਸਟ ਟਾਈਮ ਅਪੀਅਰ ਹੋਏ ਸੀ, ਜਿੱਦਾਂ ਇਰੈਕਟ ਪੋਸਚਰ ਹੋ ਗਿਆ, ਫੋਰ ਲਿੰਬ ਛੋਟੀਆਂ, ਹਿੰਡ ਲਿੰਬ ਲੰਮੀਆਂ ਹੋ ਗਈਆਂ, ਕੰਪਲੀਟ ਇਰੈਕਟ ਪੋਸਚਰ ਹੋ ਗਿਆ। ਤਾਂ ਇਹ ਆਪਾਂ ਨੂੰ
ਓਪੀਥਿਕਸ ਦੇ ਵਿੱਚ ਦੇਖਣ ਨੂੰ ਮਿਲਿਆ। ਔਰ ਪ੍ਰੀ ਹਿਸਟੋਰਿਕ ਮੈਨ ਹੋਮੋ ਹੈਬਿਲਿਸ ਇਹਦੇ ਵਿੱਚ ਫਸਟ ਕੈਟੇਗਰੀ ਹੈ, ਜਿਹੜਾ ਪਹਿਲਾਂ ਹਿਊਮਨ ਲਾਈਕ ਬੀਇੰਗ ਸੀਗਾ। ਇਸ ਦੀ ਜਿਹੜੀ ਹੈਗੀ ਸੀ, ਇਹਨੇ ਹੱਥ ਦੇ ਨਾਲ ਕੀ ਬਣਾਉਣਾ ਸ਼ੁਰੂ ਕਰਤਾ ਸੀ, ਟੂਲ ਬਣਾਉਣੇ ਸ਼ੁਰੂ ਕਰਤੇ ਸੀ। ਬੋਨਸ ਦੇ ਹੋ ਗਏ, ਸਟੋਨ ਦੇ ਹੋ ਗਏ। ਤਾਂ ਇਹਨਾਂ ਦੀ ਜਿਹੜੀ ਇਹ ਮੀਟ ਨਹੀਂ ਖਾਂਦੇ ਸੀ, ਕਿਹੜੇ ਹੈਗੇ ਸੀ, ਇਹ ਸਾਰੇ ਫਰੂਟ ਈਟਿੰਗ ਵਾਲੇ ਸੀ। ਹੋਮੋ ਹੈਬਿਲਿਸ ਕਿਹੜੇ ਵਾਲੇ ਸੀ, ਫਰੂਟ ਈਟਿੰਗ ਜਾਂ ਫਿਰ ਪੌਦੇ ਹੋ ਗਏ, ਜਾਂ ਮਤਲਬ ਟ੍ਰੀ ਪ੍ਰੋਡਕਟ ਹੀ ਸਾਰੇ ਖਾਂਦੇ ਸੀਗੇ। ਔਰ ਇਹਨਾਂ ਦੀ ਵੀ ਜਿਹੜੀ ਬ੍ਰੇਨ ਕਪੈਸਿਟੀ ਸੀ ਕਿੰਨੀ ਸੀ, 650 ਤੋਂ 800। ਨੈਕਸਟ ਹੈ, ਇਟਸ ਫੋਸਿਲਸ ਵਰ ਡਿਸਕਵਰ 2 ਮਿਲੀਅਨ ਈਅਰਸ ਓਲਡ ਰੌਕ ਕਿਹੜੇ ਵਾਲੇ, ਅਫਰੀਕਾ ਦੇ ਵਿੱਚ ਆਪਾਂ ਨੂੰ ਮਿਲੇ ਆ। ਤਾਂ ਨੈਕਸਟ ਹੈ ਹੋਮੋ ਇਰੈਕਟਸ। ਹਿਊਮਨ ਇਰੈਕਟਸ ਜਿਹੜਾ ਅੱਜ ਦਾ ਜਿਹੜਾ ਮਾਡਰਨ ਮੈਨ ਆ, ਉਹ ਇਹਦੇ ਨਾਲ ਰਿਸੈਂਬਲ ਕਰਦਾ। ਅਗਰ ਡਾਇਰੈਕਟ ਐਂਸੈਸਟਰ ਪੁੱਛ ਲੈਂਦੇ ਆ ਹੋਮੋ ਜਿਹੜਾ ਮਾਡਰਨ ਮੈਨ, ਉਹ ਕਿਹੜੇ ਵਾਲਾ ਹੈਗਾ, ਹੋਮੋ ਇਰੈਕਟਸ ਹੈ। ਤਾਂ ਇਸ ਦੇ ਇਹ ਕਿੰਨੇ ਪੁਰਾਣਾ, 1.5 ਮਿਲੀਅਨ ਈਅਰਸ ਅਗੋ, ਅੱਜ ਤੋਂ ਲਗਭਗ 15 ਲੱਖ ਸਾਲ ਪਹਿਲਾਂ ਦੀ ਗੱਲ ਆ। ਔਰ ਇਹਨਾਂ ਬ੍ਰੇਨ ਕੈਪੈਸਿਟੀ ਕਿੰਨੀ ਹੈ, 900 ਸੀਸੀ। ਇਹ ਮੀਟ ਖਾਂਦੇ ਸੀ, ਇਹ ਕੀ ਖਾਂਦੇ ਸੀਗੇ, ਮੀਟ ਖਾਂਦੇ ਸੀ। ਐਂਡ ਮੈਨੀ ਸਬ ਸਪੀਸੀਜ਼ ਆਰ ਡਿਸਕਵਰਡ ਆਫ ਹੋਮੋ ਇਰੈਕਟਸ ਐਜ਼ ਗਿਵਨ ਬਲੂ। ਹੋਮੋ ਇਰੈਕਟਸ ਜਿਹੜੇ ਸੀ, ਇਹਨਾਂ ਦੇ ਵਿੱਚ ਇਹਨਾਂ ਨੇ ਸਭ ਤੋਂ ਪਹਿਲਾਂ ਫਾਇਰ ਡਿਸਕਵਰ ਕਰੀ ਸੀ ਕਿ ਫਾਇਰ ਨੂੰ ਕਿੱਦਾਂ ਜਲਾਇਆ ਜਾਂਦਾ। ਹੋਮੋ ਇਰੈਕਟਸ ਦੇ ਵਿੱਚ ਅੱਗੇ ਬਹੁਤ ਸਾਰੇ ਸੀ, 2-3 ਕੈਟੇਗਰੀਜ਼ ਹੈ, ਤਾਂ ਆਪਾਂ ਸਿਰਫ 1-2 ਹੀ ਡਿਸਕਸ ਕਰਨੀ ਆ। ਹੋਮੋ ਇਰੈਕਟਸ ਦੇ ਵਿੱਚ ਜਿਹੜੀ ਨੈਕਸਟ ਹੋਮੋ ਇਰੈਕਟਸ ਦੀ ਫਰਦਰ ਜਿਹੜੀ ਸਬ ਸਪੀਸੀਜ਼ ਹੈ ਕਿਹੜੇ ਵਾਲੀ ਆ, ਜਾਵਾ ਮੈਨ। ਹੋਮੋ ਇਰੈਕਟਸ ਦੇ ਵਿੱਚ ਜਿਹੜਾ ਜਾਵਾ ਮੈਨ ਹੈ, ਇਹ ਏਦਾਂ ਦੀ ਸਪੀਸੀਜ਼ ਸੀ ਜਿਸ ਨੇ ਫਸਟ ਟਾਈਮ ਜਿਹੜੀ ਆ ਅੱਗ ਨੂੰ ਬਾਲਿਆ ਸੀਗਾ ਔਰ ਹੰਟਿੰਗ ਕਰਨੀ ਸਿੱਖੀ ਸੀ। ਹੰਟਿੰਗ ਲਈ ਫਸਟ ਟਾਈਮ ਕੀ ਕਰਿਆ ਸੀ, ਇਹਨਾਂ ਨੇ ਅੱਗ ਜਿਹੜੀ ਬਾਲਣ ਦਾ ਵੱਲ ਸਿੱਖਿਆ ਸੀ, ਜਾਂ ਇਹਨਾਂ ਨੇ ਉਸ ਚੀਜ਼ ਨੂੰ ਜਾਣਿਆ ਸੀ ਕਿ ਕਿੱਦਾਂ ਅੱਗ ਬਾਲਣੀ। ਐਂਡ ਪ੍ਰੋਟੈਕਸ਼ਨ ਐਂਡ ਕੁਕਿੰਗ, ਸਾਰੀ ਚੀਜ਼ਾਂ ਕੀ ਆ, ਅੱਗ ਬਾਲ ਕਿੱਦਾਂ ਹੰਟਿੰਗ ਕਰਨੀ ਹੈ, ਪ੍ਰੋਟੈਕਸ਼ਨ ਕਰਨੀ ਹੈ, ਕੁਕਿੰਗ ਲਈ ਜੋ ਵੀ ਜਿਹੜੇ ਹੈਗੇ ਸੀ, ਜੋ ਸਭ ਤੋਂ ਪਹਿਲਾਂ ਫਾਇਰ ਦਾ ਜਿਹੜਾ ਆਪਾਂ ਕਹਿ ਦਿੰਦੇ ਹਾਂ ਕਿ ਡਿਸਕਵਰੀ ਜਿਹੜੀ ਹੋਈ ਸੀ, ਜਾਂ ਜਿਨ੍ਹਾਂ ਨੇ ਅੱਗ ਫਸਟ ਟਾਈਮ ਬਾਲੀ ਸੀ, ਉਹ ਕਿਹੜੇ ਸੀ, ਜਾਵਾਮੈਨ ਸੀ। ਔਰ ਇਹ ਕਿਹੜੇ ਹੋਮੋ ਇਰੈਕਟਸ ਦੀ ਹੀ ਇੱਕ ਕੈਟਾਗਰੀ ਹੈ, ਸਬ ਸਪੀਸੀਜ਼ ਹੈ। ਇਹਨਾਂ ਕ੍ਰੇਨੀਅਲ ਕਪੈਸਿਟੀ 1000 ਤੋਂ 800 ਤੋਂ 1000 ਤੱਕ ਹੈ, 900 ਸੀਸੀ ਤੱਕ। ਨੈਕਸਟ ਹੈ ਪੈਂਕਿੰਗ ਮੈਨ। ਤਾਂ ਪੈਂਕਿੰਗ ਮੋਸਟਲੀ ਬਸ ਇੰਨਾ ਹੀ ਕਰ ਲਓ, ਜਾਵਾ ਮੈਨ ਜਿਹੜੀ ਸਬ ਸਪੀਸੀਜ਼ ਹੈ, ਉਹ ਨਾਮ ਯਾਦ ਕਰ ਸਕਦੇ ਹੋ, ਪੈਂਕਿੰਗ ਮੈਨ ਜਾਂ ਫਿਰ ਹਿਡਲਬਰਗ। ਬਸ ਜਾਵਾ ਮੈਨ ਇਸ ਲਈ ਹੈ ਕਿਉਂਕਿ ਇਸ ਦੀ ਜਿਹੜੀ ਅੱਗ ਦਾ ਔਰ ਹੰਟਿੰਗ ਦਾ ਫਸਟ ਟਾਈਮ ਜਿਨ੍ਹਾਂ ਨੇ ਕਰਿਆ ਸੀ ਡਿਸਕਵਰ, ਔਰ ਪ੍ਰੋਟੈਕਸ਼ਨ ਲਈ ਜਿਹੜੀ ਅੱਗ ਵਾਲੀ ਸੀ, ਉਹ ਕਿਹੜੇ ਵਾਲੇ ਸੀਗੇ, ਉਹ ਜਾਵਾ ਮੈਨ ਸੀ। ਔਰ ਹੋਮੋ ਇਰੈਕਟਸ ਦੀ ਇੱਕ ਸਬ ਸਪੀਸੀਜ਼ ਹੈ। ਨੈਕਸਟ ਹੈ ਹੋਮੋ ਸੇਪੀਅਨ। ਹੋਮੋ ਸੇਪੀਅਨ ਵੀ ਅੱਗੇ 3 ਕੈਟਾਗਰੀਜ਼ ਦੇ ਵਿੱਚ ਡਿਵਾਈਡ ਹੈ। ਸਭ ਤੋਂ ਪਹਿਲਾਂ ਹੈ ਆਪਣੇ ਕੋਲ ਨਿੰਦਰਥਲ ਮੈਨ ਜਿਹੜੇ ਆ, ਇਹਨਾਂ ਦੀ ਜਿਹੜੀ ਕ੍ਰੇਨੀਅਲ ਕਪੈਸਿਟੀ, ਇਹ ਕਦੋਂ ਤੋਂ ਆਇਆ, 1 ਲੱਖ ਤੋਂ 40,000 ਸਾਲ ਪਹਿਲਾਂ ਦੀ ਇਹਨਾਂ ਦੇ ਜਿਹੜੇ ਫੋਸਿਲਸ ਮਿਲੇ ਆਪਾਂ ਨੂੰ। ਔਰ ਇਹਨਾਂ ਦੇ ਵਿੱਚ ਜਿਹੜੀ ਕ੍ਰੇਨੀਅਲ ਕਪੈਸਿਟੀ ਕਿੰਨੀ ਹੈਗੀ ਹੈ, 1400 ਸੀਸੀ ਤੱਕ। ਔਰ ਇਹਨਾਂ ਨੇ ਆਪਣੀ ਬੋਡੀ ਨੂੰ ਬਚਾਉਣ ਲਈ ਜਾਂ ਹਾਈਡ ਕਰਨ ਲਈ ਐਨੀਮਲ ਦੀ ਸਕਿਨ ਨੂੰ ਯੂਜ਼ ਕਰਿਆ। ਔਰ ਇਹ ਵਿਸ਼ਵਾਸ ਇਹਨਾਂ ਦਾ ਫਸਟ ਟਾਈਮ ਕੀ ਹੈਗਾ ਸੀ ਕਿ ਇਨਮੋਰਟੈਲਿਟੀ ਆਫ ਸੋਲ, they buried their dead and probably believed in immortality of a soul। ਇਹਨਾਂ ਨੇ ਕਿਹਾ ਸੀ ਕਿ ਆਤਮਾ ਜਿਹੜੀ ਹੈਗੀ ਆ ਉਹ ਕਦੇ ਨਹੀਂ ਮਰਦੀ, ਕਿ ਇਹਨਾਂ ਦੇ ਵਿੱਚ ਇਹ ਚੀਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਸੀ। ਮਤਲਬ ਇਹਨਾਂ ਦਾ ਵਿਸ਼ਵਾਸ ਹੋ ਚੁੱਕਿਆ ਸੀ ਆਤਮਾ ਦੇ ਵਿੱਚ ਕਿ ਇਸ ਤਰ੍ਹਾਂ ਕਿ ਆਤਮਾ ਨਹੀਂ ਮਰਦੀ ਗੀ। ਔਰ ਉਹਨਾਂ ਨੇ ਕੀ ਕਰਿਆ ਸੀ, buried their dead ਜਿਹੜੇ ਹੁੰਦੇ ਸੀ, ਉਹਨਾਂ ਨੇ ਡੈਡ ਮੀਨ ਉਹਨਾਂ ਨੂੰ ਕੀ ਕਰ ਦਿੰਦੇ, ਦਫਨਾ ਦਿੱਤਾ ਜਾਂਦਾ ਸੀਗਾ। they lived in huts and omnivores by nature। ਔਰ ਇਹ ਓਮਨੀਵਰ ਨੇਚਰ ਦੇ ਵਿੱਚ ਸੀ, ਫਰੂਟ ਵੀ ਖਾ ਲੈਂਦੇ ਸੀ ਔਰ ਮਾਸ ਵੀ ਖਾ ਲੈਂਦੇ ਸੀ, ਜਿਹੜੇ ਨਿੰਦਰਥਲ ਮੈਨ ਸੀ। ਇਹ ਹੋਮੋ ਸੇਪੀਅਨ ਦੇ ਵਿੱਚ ਨਿੰਦਰਥਲ ਮੈਨ। ਫਿਰ ਅੱਗੇ ਆ ਗਿਆ ਕ੍ਰੋਮੈਗਨੋਨ ਮੈਨ। ਕ੍ਰੋਮੈਗਨੋਨ ਮੈਨ ਜਿਹੜੇ 50,000 ਤੋਂ 10,000 ਸਾਲ ਪਹਿਲਾਂ ਦੀ ਹੈ। ਤਾਂ ਇਹਨਾਂ ਕ੍ਰੇਨੀਅਲ ਕਪੈਸਿਟੀ ਕਿੰਨੀ ਆ, 1650 ਸੀਸੀ ਮੈਕਸਿਮਮ ਇਹਨਾਂ ਦੀ। ਦੇ ਲਿਵਡ ਇਨ ਕੇਵਸ। ਔਰ ਇਹ ਕਿਹੜੇ ਵਾਲੇ ਸੀ, ਪੇਂਟਡ ਬਿਊਟੀਫੁਲ ਪੇਂਟਿੰਗ ਔਨ ਏ ਕੇਵ ਵਾਲਸ। ਇਹ ਸੁਰੰਗਾਂ ਦੇ ਵਿੱਚ ਰਹਿੰਦੇ ਸੀ ਜਿਹੜੀਆਂ ਹੁੰਦੀਆਂ ਸੀ, ਤਾਂ ਉਹਨਾਂ ਦੇ ਜਿਹੜੀਆਂ ਸੁਰੰਗਾਂ ਦੇ ਵਾਲਸ ਹੁੰਦੇ ਸੀ, ਉਹਦੇ ਉੱਪਰ ਪੇਂਟਿੰਗ ਬਣਾਉਂਦੇ ਸੀ। ਤਾਂ ਡੋਮੈਸਟੀਕੇਸ਼ਨ ਵਾਸ ਸਟਾਰਟਡ ਬਾਏ ਦਿਸ ਮੈਨ। ਡੋਮੈਸਟੀਕੇਟ ਜਿਹੜੇ ਘਰੇਲੂ ਜੀਵਨ ਸੀ, ਉਹ ਇਹਨਾਂ ਨੇ ਕ੍ਰੋਮੈਗਨੋਨ ਮੈਨ ਜਿਹੜੇ ਇਹਨਾਂ ਨੇ ਸ਼ੁਰੂ ਕਰਿਆ ਸੀ। ਪੁੱਛਿਆ ਕੀ ਜਾ ਸਕਦਾ, ਡੋਮੈਸਟੀਕੇਸ਼ਨ ਕਿਹਨਾਂ ਨੇ ਸ਼ੁਰੂ ਕਰਿਆ ਸੀ, ਕ੍ਰੋਮੈਗਨੋਨ ਮੈਨ ਨੇ। ਔਰ ਜਿਹੜੇ ਇਹਨਾਂ ਦੇ ਵਿੱਚ ਸੈਕਿੰਡ ਜਿਹੜੇ ਆ ਕਿ ਪੇਂਟਿੰਗ ਵਗੈਰਾ ਸਭ ਤੋਂ ਪਹਿਲਾਂ ਕਿਹਨਾਂ ਨੇ ਸਟਾਰਟ ਕਰੀ ਸੀ, ਕ੍ਰੋਮੈਗਨਨ ਮੈਨ ਨੇ।
ਹੰਟਿੰਗ ਦੀ ਅਗਰ ਗੱਲ ਕਰਨਗੇ ਤੇ ਕਿਹਨਾਂ ਨੇ ਕਰੀ ਸੀ, ਜਾਵਾ ਮੈਨ ਨੇ, ਜਾਂ ਅਗਰ ਫਾਇਰ ਦੀ ਗੱਲ ਕਰਦੇ ਤੇ ਕਿਹਨਾਂ ਨੇ ਕਰਨੀ ਹੈ, ਜਾਵਾ ਮੈਨ ਨੇ। ਤਾਂ ਇਹ ਚੀਜ਼ਾਂ ਪੁੱਛੀਆਂ ਜਾਣਗੀਆਂ। ਇਹਨਾਂ ਦੇ ਈਅਰ ਆਹ ਜ਼ਰੂਰ ਯਾਦ ਰੱਖਣੇ ਕਿ ਈਅਰਸ ਕਦੋਂ ਤੇ ਆ, ਕਿ 2 ਮਿਲੀਅਨ ਪਹਿਲਾਂ 15 ਮਿਲੀਅਨ ਜਿਹੜਾ ਰਾਮਾਥਿਕਸ ਤੇ ਡਰਾਇਓਥਿਕਸ ਆਇਆ, 2 ਮਿਲੀਅਨ ਈਅਰ ਕੋ ਐਸਟ੍ਰੋਲੋਪਿਥਿਕਸ, ਤੇ ਪ੍ਰੀ ਹਿਸਟੋਰਿਕ ਮੈਨ ਜਿਹੜੀ ਆਪਾਂ ਗੱਲ ਕਰੀ ਆ ਉਸ ਤੋਂ ਬਾਅਦ ਵਿੱਚ ਕਿ 2 ਮਿਲੀਅਨ ਪ੍ਰੀ ਹਿਸਟੋਰਿਕ ਮੈਨ ਜਿਹੜੇ ਹੋਮੋ ਹੈਬਿਲਸ, 1.5 ਮਿਲੀਅਨ ਪਹਿਲਾਂ ਹੋਮੋ ਇਰੈਕਟਸ ਜਿਹਦੇ ਵਿੱਚ ਜਾਵਾ ਮੈਨ ਵੀ ਕਰਿਆ, ਔਰ ਇਸ ਤੋਂ ਬਾਅਦ ਵਿੱਚ 1,40,000 ਪਹਿਲਾਂ ਹੋਮੋ ਸੈਪੀਅਨ ਦੇ ਨਿੰਦਰਥਲ। ਉਸ ਤੋਂ ਬਾਅਦ ਕ੍ਰੋਮੈਗਨਨ ਮੈਨ ਕਦੋਂ ਆਇਆ, 50,000 ਤੋਂ 10,000 ਸਾਲ ਪਹਿਲਾਂ ਦੀ ਗੱਲ ਹੈ, ਕਿਉਂਕਿ ਜਿੱਦਾਂ ਜਿੱਦਾਂ ਐਵੋਲਿਊਸ਼ਨ ਹੋਈ ਤਾਂ ਪੀਰੀਅਡ ਦੇਖੋ 50,000 ਤੋਂ 10,000 ਤੱਕ ਆ ਗਿਆ। ਤੇ ਨੈਕਸਟ ਜਿਹੜਾ ਆਪਣੇ ਕੋਲ ਨੈਕਸਟ ਕੈਟਾਗਰੀ ਹੈ ਜਿਹੜੀ ਆਪਣੇ ਕੋਲ, ਉਹ ਕਿਹੜੇ ਵਾਲੀ ਹੈ, ਮਾਡਰਨ ਮੈਨ ਦੀ। ਤਾਂ ਮਾਡਰਨ ਮੈਨ ਜਿਹੜਾ ਉਹ 75,000 ਤੋਂ 10,000 ਸਾਲ ਪਹਿਲਾਂ ਦੀ ਗੱਲ ਹੈ। ਉਹਨਾਂ ਕ੍ਰੇਨੀਅਲ ਕੈਪੈਸਿਟੀ ਕਿੰਨੀ ਹੈਗੀ ਹੈ, 1300 ਤੋਂ 1600 ਸੀਸੀ, ਐਵਰੇਜ 1450 ਸੀਸੀ ਹੈ। ਤਾਂ ਇਹਨਾਂ ਨੇ ਹੀ ਐਗਰੀਕਲਚਰ ਸਟਾਰਟ ਕਰੀ ਹੈ, ਆਲਸੋ ਸਟਾਰਟਡ ਬਾय दिस मैन, एंड एग्रीकल्चर केम अराउंड 10 years बैक एंड ह्यूमन सेटलमेंट स्टार्टेड। तो 10,000 ਪਹਿਲਾਂ ਐਗਰੀਕਲਚਰ ਔਰ ਹਿਊਮਨ ਸੈਟਲਮੈਂਟ ਹੋਣੀ ਸ਼ੁਰੂ ਹੋ ਗਈ, ਜਿਹੜੇ ਮਾਡਰਨ ਮੈਨ ਹੈ ਜਿਸ ਨੂੰ ਆਪਾਂ ਹੋਮੋ ਸੇਪੀਅਨ ਦੇ ਨਾਮ ਨਾਲ ਜਾਣਦੇ ਹਾਂ। ਤਾਂ ਇਹ ਸੀ ਸਾਰੇ ਤੇ ਸਾਰੀ ਐਵੋਲੂਸ਼ਨ ਹਿਊਮਨ ਦੀ ਕਿੱਦਾਂ ਹੋਈ। ਤੇ ਨੈਕਸਟ ਕੁਝ ਕੀ ਪੁਆਇੰਟ ਆ ਉਹ ਆਪਾਂ ਡਿਸਕਸ ਕਰਦੇ ਹਾਂ। ਕੀ ਪੁਆਇੰਟਸ ਵਿੱਚ ਸਪੈਸ਼ਲ ਚਿੰਪੈਂਜੀ ਇਜ਼ ਦ ਕਲੋਜ਼ੈਸਟ ਐਪ ਟੂ ਮੈਨ, ਚਿੰਪੈਂਜੀ ਸਭ ਤੋਂ ਕਲੋਜ਼ੈਸਟ ਮੈਨ ਹੈ। ਹੋਮੋ ਇਰੈਕਟਸ ਜਿਹੜਾ ਆਪਾਂ ਗੱਲ ਕਰੀ ਹੈ, ਇਹ ਡਾਇਰੈਕਟ ਐਂਸੈਸਟਰ ਹੋਮੋ ਸੇਪੀਅਨ ਦਾ ਜਿਹੜਾ ਹੈ ਡਾਇਰੈਕਟ ਐਂਸੈਸਟਰ ਹੈ। ਤੇ ਕ੍ਰੋਮੈਗਨਨ ਮੈਨ ਜਿਹੜਾ ਹੈ ਡਾਇਰੈਕਟ ਐਂਸੈਸਟਰ ਆਫ ਮਾਡਰਨ ਮੈਨ। ਕ੍ਰੋਮੈਗਨਨ ਮੈਨ ਜਿਹੜਾ ਜਿੱਦਾਂ ਕਦੋਂ ਤੋਂ ਆਇਆ, 50,000 ਈਅਰਸ ਅਗੋ ਤੋਂ 10,000 ਈਅਰ ਅਗੋ ਪਹਿਲਾਂ ਦੀ ਗੱਲ ਹੈ। ਜਿਹੜੇ ਆਪਣੇ ਕੋਲ ਮੈਨ ਆਇਆ ਕ੍ਰੋਮੈਗਨਨ ਮੈਨ ਹੈ, ਜਿਨ੍ਹਾਂ ਨੇ ਕੀ ਕਰਿਆ, ਪੇਂਟਿੰਗਸ ਵਗੈਰਾ ਬਣਾਉਣੀਆਂ ਸ਼ੁਰੂ ਕਰੀਆਂ, ਡੋਮੈਸਟੀਕੇਸ਼ਨ ਸ਼ੁਰੂ ਕਰਿਆ। ਤਾਂ ਉਹ ਕਿਹੜੇ ਆ, ਅੱਜ ਦੇ ਜਿਹੜੇ ਮਾਡਰਨ ਮੈਨ ਹੋਮੋ ਸੇਪੀਅਨ ਦੇ ਜਿਹੜੇ ਆ ਉਹਨਾਂ ਦੇ ਡਾਇਰੈਕਟ ਐਂਸੈਸਟਰ ਆ। ਦੇਖੋ ਦੋ ਚੀਜ਼ਾਂ, ਹੋਮੋ ਸੇਪੀਅਨ ਦੇ ਡਾਇਰੈਕਟ ਐਂਸੈਸਟਰ ਹੋਮੋ ਇਰੈਕਟਸ, ਕ੍ਰੋਮੈਗਨਨ ਮੈਨ ਕਿਹਨਾਂ ਦੇ ਆ, ਹੋਮੋ ਸੇਪੀਅਨ ਦੇ। ਤੇ ਇਹ ਧਿਆਨ ਰੱਖਣਾ ਇਸ ਚੀਜ਼ ਦਾ। ਤੇ ਨੈਕਸਟ ਹੈ ਕੁਝ ਐਕਸਟਰਾ ਪੁਆਇੰਟ, ਡਿਵਰਜੈਂਟ ਸਪੈਸੀਏਸ਼ਨ ਤੇ ਟਰਾਂਸਫੋਰਮੇਸ਼ਨ ਸਪੈਸੀਏਸ਼ਨ। ਤੇ ਇਹਦੇ ਵਿੱਚ ਐਲੋਪੈਟ੍ਰਿਕ ਹੈ ਆਈਸੋਲੇਸ਼ਨ ਏਰੀਆ ਦੇ ਅਕੋਰਡਿੰਗ ਜੋ ਆਪਣੇ ਕੀ ਹੋ ਜਾਏਗੀ, ਬਾਏ ਜਿਓਗ੍ਰਾਫੀਕਲ ਏਰੀਆ ਜਾਂ ਜਿਓਗ੍ਰਾਫੀਕਲ ਏਰੀਆ ਦੇ ਬੇਸ ਤੇ ਜਿਹੜੀ ਆਈਸੋਲੇਸ਼ਨ ਹੋਏਗੀ ਪੋਪੂਲੇਸ਼ਨ ਦੀ, ਤਾਂ ਉੱਥੋਂ ਨਿਊ ਵਾਲੀ ਸਪੇਸਿਸ ਫਾਰਮ ਹੋਣਾ, ਉਹ ਕਿਹੜੇ ਵਾਲੀ ਹੈ, ਐਲੋਪੈਟ੍ਰਿਕ ਸਪੈਸੀਏਸ਼ਨ। ਜਿਓਗ੍ਰਾਫੀਕਲ ਏਰੀਆ ਦੇ ਅਗਰ ਆਈਸੋਲੇਟ ਕਰ ਦਾਂਗੇ ਆਪਾਂ ਪੋਪੂਲੇਸ਼ਨ ਨੂੰ, ਸਪੇਸਿਸ ਸਪਲਿਟ ਇਨਟੂ 2 ਜਾਂ ਫਿਰ ਮੋਰ ਜਿਓਗ੍ਰਾਫੀਕਲ ਆਈਸੋਲੇਟ ਪੋਪੂਲੇਸ਼ਨ ਏਰੀਆ, ਕਿ ਜਿਓਗ੍ਰਾਫੀਕਲ ਏਰੀਆ ਡਿਫਰੈਂਟ ਹੋ ਗਿਆ, ਏਰੀਆ ਆਈਸੋਲੇਟ ਹੋ ਗਿਆ। ਆਈਸੋਲੇਟ ਹੋਣ ਨਾਲ ਕੀ ਹੋਏਗਾ, ਤੇ ਉਹਨਾਂ ਦੀ ਜਿਹੜੀ ਜੀਨ ਪੂਲ ਆ ਉਹ ਕੀ ਹੋ ਜਾਏਗੀ, ਜੀਨ ਫ੍ਰੀਕੁਐਂਸੀ ਡਿਫਰੈਂਟ ਹੋ ਜਾਏਗੀ। ਤਾਂ ਉਹਨਾਂ ਕਰਕੇ ਕੀ ਹੋਏਗਾ, ਉਹਨਾਂ ਦੀਆਂ ਨਿਊ ਸਪੀਸੀਜ਼ ਫਾਰਮ ਹੋਣੀਆਂ ਸ਼ੁਰੂ ਹੋ ਜਾਣਗੀਆਂ, ਤੇ ਜਿਸ ਨੂੰ ਕੀ ਆਪਾਂ ਕਹਿੰਦੇ ਐਲੋਪੈਟ੍ਰਿਕ ਸਪੈਸੀਏਸ਼ਨ, ਲਾਈਕ ਡਾਰਵਿਨ ਫਿੰਚ। ਡਿਵਰਜੈਂਟ ਐਵੋਲੂਸ਼ਨ ਦੇ ਵਿੱਚ ਹੀ ਕਿਹੜੀ ਆ ਰਹੀ ਹੈ, ਡਿਵਰਜੈਂਟ ਸਪੈਸੀਏਸ਼ਨ, ਕਿ ਨਿਊ ਵਾਲੀ ਸਪੀਸੀਜ਼ ਫਾਰਮ ਹੋ ਰਹੀਆਂ ਨੇ ਜਿਓਗ੍ਰਾਫੀਕਲ ਆਈਸੋਲੇਸ਼ਨ ਕਰਕੇ। ਤਾਂ ਅੱਗੇ ਸਿੰਪੈਟ੍ਰਿਕ ਸਪੈਸੀਏਸ਼ਨ, ਸਿੰਪੈਟ੍ਰਿਕ ਜਿਹੜੀ ਆਪਣੇ ਸਪੈਸੀਏਸ਼ਨ ਇਹ ਕਦੋਂ ਆਏਗੀ, ਇਹ ਜਿਓਗ੍ਰਾਫੀਕਲ ਆਪਾਂ ਆਈਸੋਲੇਟ ਨਹੀਂ ਕਰਨਾ ਇਹਨਾਂ ਨੇ ਕੀ ਕਰਨਾ, ਰਿਪਰੋਡਕਟਿਵ ਆਈਸੋਲੇਟ ਕਰ ਦੇਣਾ, ਕਿ ਇਹਨਾਂ ਦੀ ਜਿਹੜੀ ਰੈਂਡਮ ਮੈਟਿੰਗ ਨਹੀਂ ਕਰਾਣੀ, ਇਹਨਾਂ ਦੀ ਜਿਹੜੀ ਮੈਟਿੰਗ ਹੈ ਉਹ ਕਿਸੇ ਖਾਸ ਜਾਂ ਕੁਝ ਲਿਮਟਿਡ ਹੀ ਪੋਪੂਲੇਸ਼ਨ ਦੇ ਵਿੱਚ ਉਹਨਾਂ ਦੀ ਰਿਪਰੋਡਕਟਿਵ ਕਰਾਣੀ ਹੈ। ਮਤਲਬ ਆਈਸੋਲੇਟ ਕਰ ਦੇਣਾ, ਰਿਪਰੋਡਕਟਿਵਲੀ ਆਈਸੋਲੇਟ ਕਰ ਦੇਣਾ ਫਰੋਮ ਇਟਸ ਪੈਰੈਂਟਲ ਪੋਪੂਲੇਸ਼ਨ। ਤਾਂ ਹੌਲੀ ਹੌਲੀ ਕੀ ਹੋਏਗਾ, ਉਹਨਾਂ ਤੋਂ ਇੱਕ ਨਿਊ ਸਪੀਸੀਜ਼ ਫਾਰਮ ਹੋਣੀਆਂ ਸ਼ੁਰੂ ਹੋ ਜਾਣਗੀਆਂ, ਤੇ ਜਿਸ ਨੂੰ ਆਪਾਂ ਨਾਮ ਦੇ ਦਿੱਤਾ ਸਿੰਪੈਟ੍ਰਿਕ ਸਪੈਸੀਏਸ਼ਨ, ਕਿ ਉਹਨਾਂ ਦੀ ਹੋਲ ਪੋਪੂਲੇਸ਼ਨ ਜਾਂ ਪੈਰੈਂਟਲ ਪੋਪੂਲੇਸ਼ਨ ਤੋਂ ਹਟ ਕੇ ਆਪਾਂ ਉਸ ਦੀ ਮੈਟਿੰਗ ਕਰਾਣੀ ਹੈ, ਔਰ ਰਿਪਰੋਡਕਟਿਵਲੀ ਉਹਨਾਂ ਨੂੰ ਆਈਸੋਲੇਟ ਕਰ ਦੇਣਾ ਉਹਨਾਂ ਦੀ ਪੈਰੈਂਟਲ ਪੋਪੂਲੇਸ਼ਨ ਤੋਂ। ਤਾਂ ਜਿਸ ਨਾਲ ਕੀ ਹੋਏਗਾ, ਉਹਨਾਂ ਦੇ ਅੰਦਰ ਹੌਲੀ ਹੌਲੀ ਨਿਊ ਸਪੀਸੀਜ਼ ਫਾਰਮ ਹੋਣੀਆਂ ਸ਼ੁਰੂ ਹੋ ਜਾਣਗੀਆਂ ਡਿਊ ਟੂ ਪੋਲੀਪਲੋਇਡ। ਤੇ ਨੈਕਸਟ ਹੈ ਟ੍ਰਾਂਸਫੋਰਮੇਸ਼ਨ ਸਪੈਸੀਏਸ਼ਨ। ਟ੍ਰਾਂਸਫੋਰਮੇਸ਼ਨ ਕੀ ਹੋਣਾ ਹੁੰਦੇ, ਫਾਈਲੈਟਿਕ ਸਪੈਸੀਏਸ਼ਨ। ਟ੍ਰਾਂਸਫੋਰਮ ਸਪੈਸੀਏਸ਼ਨ ਤੋਂ ਕੀ ਹੈ ਕਿ ਐਂਸੈਸਟਰ ਤੋਂ ਡਾਇਰੈਕਟ ਹੀ ਨਿਊ ਸਪੀਸੀਜ਼ ਫਾਰਮ ਹੋ ਜਾਣਾ, ਐਂਸੈਸਟਰ ਤੋਂ ਡਾਇਰੈਕਟ ਹੀ ਨਿਊ ਵਾਲੀ ਸਪੀਸੀਜ਼ ਬਦਲ ਜਾਣਾ, ਤਾਂ ਕਿਹੜੇ ਵਾਲੇ ਹੋਏਗੀ, ਫਾਈਲੈਟਿਕ ਸਪੈਸੀਏਸ਼ਨ।
ਤਾਂ ਇਹਦੇ 'ਚ ਇੱਕ ਆਪਣੇ ਕੋਲ ਹੈ, ਜਿਵੇਂ ਆਪਾਂ ਗੱਲ ਕਰੀਏ ancestor species change into new species by gradually change in 1000 of year। ਤਾਂ ਜਿੱਦਾਂ ਇੱਕ ਸਪੇਸ ancestor ਤੋਂ ਨਿਊ ਸਪੇਸਿਸ ਫਾਰਮ ਹੋ ਰਹੀਆਂ ਹੌਲੀ ਹੌਲੀ, ਤਾਂ ਇਹਦੇ 'ਚ ਕੀ ਹੈ, ਹਜ਼ਾਰਾਂ ਸਾਲ ਦਾ ਸਮਾਂ ਲੱਗ ਰਿਹਾ। ਤਾਂ ਇਹ ਆਪਣੇ ਕੋਲ ਕਿਹੜੇ ਵਾਲੀ ਹੈ, ਫੈਲੈਟਿਕ ancestor। ਫੈਲੈਟਿਕ ਆਪਾਂ ਲੈਂਦੇ ਹੀ ancestor ਲਈ ਹੀ ਯੂਜ਼ ਕਰਦੇ ਹਾਂ, ancestors ਵਾਸਤੇ ਜੋ ਯੂਜ਼ ਕਰਦੇ ਹਾਂ ਫੈਲੈਟਿਕ ਸਪੈਸੀਏਸ਼ਨ। ਫੈਲੈਟਿਕ ਤੋਂ ਕੀ ਹੈ ਕਿ ਆਪਣੇ ancestor ਤੋਂ ਕੋਈ ਨਵੀਂ ਸਪੀਸੀਜ਼ ਬਣ ਰਹੀ ਹੈ ਅੰਡਰ ਮਿਲੀਅਨਸ ਜਾਂ 1000 ਈਅਰਸ। ਨੈਕਸਟ ਹੈ ਕੁਆਂਟਮ ਸਪੈਸੀਏਸ਼ਨ, ਤੇ ਇਹ ਅਚਾਨਕ ਮਿਊਟੇਸ਼ਨ ਹੋ ਜਾਣਾ। ਕੁਆਂਟਮ ਦੇ ਵਿੱਚ ਕੀ ਹੈ ਕਿ ਸਡਨਲੀ ਮੇਜਰ ਚੇਂਜ ਅਪੀਅਰ ਹੋ ਜਾਣਾ ਔਰ ਇੱਕ ancestor ਤੋਂ ਨਿਊ ਵਾਲੀ ਇਮੀਡੀਏਟ ਨਿਊ ਸਪੀਸੀਜ਼ ਫਾਰਮ ਹੋ ਜਾਣਾ, ਤਾਂ ਉਸਨੂੰ ਕਹਿੰਦੇ ਕੁਆਂਟਮ ਸਪੈਸੀਏਸ਼ਨ। ਨੋ ਲਿੰਕ, ਕੋਈ ਲਿੰਕ ਹੀ ਨਹੀਂ ਮਿਲੇਗਾ ਜੋ ancestor ਵਾਲੇ ਜਿਹੜੇ ਆ ਔਰ ਜੋ ਨਿਊ ਸਪੀਸੀਜ਼ ਫਾਰਮ ਹੋਏਗੀ ਉਹਨਾਂ ਦੇ ਵਿੱਚ ਕੋਈ ਲਿੰਕ ਨਹੀਂ ਹੋਏਗਾ। ਤਾਂ ਇਹੋ ਜਿਹੀ ਜਿਹੜੀ ਆਪਣੇ ਕੋਲ ਸਪੈਸੀਏਸ਼ਨ ਹੋਏਗੀ ਉਹ ਕਿਹੜੀ ਵਾਲੀ ਹੋਏਗੀ, ਕੁਆਂਟਮ, ਕਿ ਜਿਨ੍ਹਾਂ ਦੇ ਵਿੱਚ ਲਿੰਕ ਹੀ ਮਿਸਿੰਗ ਹੋਏ ਔਰ ਡਾਇਰੈਕਟ ਇੱਕ ancestor ਤੋਂ ਨਿਊ ਵਾਲੀ ਸਪੀਸੀਜ਼ ਫਾਰਮ ਹੋਗੀ। ਉਹ ancestor ਐਂਡ ਨਿਊ ਸਪੀਸੀਜ਼ ਦੇ ਵਿੱਚ ਕੋਈ ਲਿੰਕ ਨਹੀਂ ਹੋਏਗਾ, ਤਾਂ ਉਦਾਂ ਦੀ ਕਿਹੜੀ ਵਾਲੀ ਹੋਏਗੀ, ਕੁਆਂਟਮ ਸਪੀਸੀਜ਼ ਸਪੈਸੀਏਸ਼ਨ। ਨੈਕਸਟ ਆਪਣੇ ਕੋਲ ਮਾਈਕਰੋ ਐਵੋਲਿਊਸ਼ਨ। ਮਾਈਕਰੋ ਐਵੋਲਿਊਸ਼ਨ ਦੇ ਵਿੱਚ ਕੀ ਹੋਏਗਾ ਕਿ ਥੋੜ੍ਹੇ ਬਹੁਤ ਜੀਨ ਦੇ ਵਿੱਚ ਜੀਨ ਫ੍ਰੀਕੁਐਂਸੀ ਦੇ ਵਿੱਚ ਚੇਂਜ ਆ ਰਹੇ हैं, ਲੇਕਿਨ ਸਪੀਸੀਜ਼ ਲੈਵਲ ਤੱਕ ਨਹੀਂ ਹੈ, ਜਸਟ ਜੀਨ ਲੈਵਲ ਤੱਕ ਹੀ ਹੈ। ਜੀਨ ਲੈਵਲ ਤੱਕ ਜੋ ਚੇਂजेस ਆਉਣਗੇ ਉਹ ਕਿਹੜੇ ਵਾਲੀ ਹੋਏਗੀ, ਮਾਈਕਰੋ ਐਵੋਲਿਊਸ਼ਨ ਹੋਏਗੀ, ਕਿਉਂ ਕੋਈ ਨਿਊ ਸਪੀਸੀਜ਼ ਫਾਰਮ ਨਹੀਂ ਹੋਏਗੀ। ਤੇ ਨੈਕਸਟ ਹੈ ਮੈਕਰੋ ਐਵੋਲਿਊਸ਼ਨ। ਮੈਕਰੋ ਐਵੋਲਿਊਸ਼ਨ ਦੇ ਵਿੱਚ ਕੀ ਹੋਏਗੀ, ਜੋ ਵੀ ਐਵੋਲਿਊਸ਼ਨ ਹੋਏਗੀ ਉਹ ਸਪੀਸੀਜ਼ ਲੈਵਲ ਤੱਕ ਹੋ ਸਕਦੀ ਹੈ। ਫੋਰਮੇਸ਼ਨ ਨਿਊ ਜੈਂਡਰਾ, ਫੈਮਲੀਜ਼ ਐਂਡ ਆਰਡਰ। ਆਸਟ੍ਰੇਲੀਅਨ ਮਾਰਸੂਪੀਲਸ, ਜਿੱਦਾਂ ਆਸਟ੍ਰੇਲੀਅਨ ਮਾਰਸੂਪੀਲਸ ਬਣ ਗਿਆ, ਨਿਊ ਸਪੀਸੀਜ਼ ਫਾਰਮ ਹੋਈਆਂ ਅਕੋਰਡਿੰਗ ਟੂ देयर ਨੀਡਸ, ਤਾਂ ਉਹ ਕਿਹੜੇ ਵਾਲੀ ਹੈ, ਮੈਕਰੋ ਐਵੋਲਿਊਸ਼ਨ, ਜਿਸ ਦੇ ਵਿੱਚ ਕੀ ਹੈ ਨਿਊ ਵਾਲੀਆਂ ਸਪੀਸੀਜ਼ ਫਾਰਮ ਹੋਈਆਂ ਸਿਮਿਲਰ ਅਨਸੈਸਟਰ ਤੋਂ, ਕਾਮਨ ਅਨਸੈਸਟਰ ਤੋਂ ਨਿਊ ਵਾਲੀ ਸਪੀਸੀਜ਼ ਫਾਰਮ ਹੋ ਗਈਆਂ, ਤਾਂ ਮੈਕਰੋ ਐਵੋਲਿਊਸ਼ਨ। ਤੇ ਮੈਗਾ ਐਵੋਲਿਊਸ਼ਨ ਦੇ ਵਿੱਚ ਕੀ ਹੈ ਕਿ ਸਪੀਸੀਜ਼ ਹੀ ਪੂਰੀ ਚੇਂਜ ਹੋ ਜਾਣੀ ਜਾਂ ਫਾਈਲਮ ਹੀ ਪੂਰਾ ਚੇਂਜ ਹੋ ਜਾਣਾ। ਜਿੱਦਾਂ ਫਿਸ਼ਸ ਤੋਂ ਕੀ ਬਣਿਆ, ਐਮਫੀਬੀਅਨ, ਜਾਂ ਫਿਰ ਐਮਫੀਬੀਅਨ ਤੋਂ ਰੈਪਟਾइल बने, तो पूरे तो पूरा की है मैगा एवोल्यूशन ही है कि एक पूरी तरह फाइलम ही चेंज हो गया, पूरी क्लास ही चेंज होगी। क्लास किदा कि फिशेस ਜਿਹੜੀ ਹੈਗੀਆਂ ਫਿਸ਼ਸ ਐਮਫੀਬੀਅਨ ਕਲਾਸ ਦੇ ਵਿੱਚ ਚੇਂਜ ਹੋ ਗਈਆਂ, ਜਾਂ ਫਿਰ ਐਮਫੀਬੀਅਨ ਜਿਹੜੇ ਆ ਉਹ ਰੈਪਟਾइल ਦੇ ਵਿੱਚ ਚੇਂਜ ਹੋ ਕੇ ਤਾਂ ਪੂਰੀ ਤੇ ਪੂਰੀ ਉਹਨਾਂ ਦੀ ਕਲਾਸ ਹੀ ਚੇਂਜ ਹੋ ਰਹੀ। ਤਾਂ ਇਹ ਕਿਹਦੇ ਚ ਆਏਗੀ, ਮੈਗਾ ਐਵੋਲਿਊਸ਼ਨ ਦੇ ਵਿੱਚ। ਸਪੀਸੀਜ਼ ਦਾ ਜਿਹੜਾ ਹੋਏਗਾ ਮੈਕਰੋ, ਅਗਰ ਕਲਾਸ ਹੀ ਚੇਂਜ ਹੋ ਰਹੀ ਹੈ ਜਾਂ ਫਾਈਲਮ ਹੀ ਚੇਂਜ ਹੋ ਰਿਹਾ ਤਾਂ ਉਹ ਕਿਹਦੇ ਚ ਆਏਗਾ, ਮੈਗਾ ਐਵੋਲਿਊਸ਼ਨ ਦੇ ਵਿੱਚ ਹੋਏਗਾ। ਤਾਂ ਇਸ ਦੇ ਨਾਲ ਇਹ ਚੈਪਟਰ ਕੰਪਲੀਟ ਹੈ। ਕੋਈ ਡਾਊਟ ਹੋਏ ਤੁਸੀਂ ਡਿਸਕਸ ਕਰ ਸਕਦੇ ਹੋ ਮੇਰੇ ਨਾਲ। ਔਰ ਥੈਂਕ ਯੂ।